ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਪਰ ਵਰਤ ਕਰਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਜਾਪ ਸਾਹਿਬ ਚਰਪਟ ਛੰਦ ਤਵ ਪ੍ਰਸਾਦ। ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖਤਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਜਾਪ ਸਾਹਿਬ ਬਾਣੀ ਦੇ ਸਿਰਲੇਖ ਹੇਠ ਚਰਪਟ ਛੰਦ ਦੇ ਰੂਪ ਵਿੱਚ ਸੁਭਾਈਮਾਨ ਹੈ। ਅੱਜ ਦੇ ਇਸ ਪਾਵਨ ਬਚਨ ਦੇ ਰਾਹੀਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਗੁਣਾਂ ਨੂੰ ਬਿਆਨ ਕੀਤਾ। ਜਿਵੇਂ ਆਪਾਂ ਪਿਛਲੇਰੇ ਦਿਨਾਂ ਤੋਂ ਵਿਚਾਰਦੇ ਆ ਰਹੇ ਹਾਂ ਜਾਪ ਸਾਹਿਬ ਦੀ ਬਾਣੀ ਨੂੰ, ਆਪ ਜੀ ਦੇ ਚਰਨਾਂ ਵਿੱਚ ਪਿਛਲੇਰੇ ਦਿਨਾਂ ਵਿੱਚ ਵੀ ਬੇਨਤੀ ਕੀਤੀ ਸੀ ਕਿ ਗੁਰੂ ਕਲਗੀਧਰ ਸਾਹਿਬ ਨੇ ਜਾਪ ਸਾਹਿਬ ਦੀ ਬਾਣੀ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਦੇ ਗੁਣ, ਉਹਦੇ ਕਰਮ ਨਾਮ ਔਰ ਉਹਦੀਆਂ ਜੀਵ ਦੇ ਉੱਤੇ ਬਖਸ਼ਿਸ਼ਾਂ ਜਿਹੜੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਬਾਣੀ ਦੇ ਰਾਹੀਂ ਸਾਡੇ ਸਨਮੁਖ ਰੱਖਿਆ। ਮਤਲਬ ਕਿ ਇਹ ਜਾਪ ਸਾਹਿਬ ਦੀ ਬਾਣੀ ਦੇ ਰਾਹੀਂ ਸਤਿਗੁਰੂ ਜੀ ਨੇ ਪਰਮੇਸ਼ਵਰ ਦੀ ਜੋ ਅਸਲ ਦੇ ਵਿੱਚ ਹਸਤੀ ਹੈ, ਜਿਸ ਹਸਤੀ ਨੂੰ, ਜਿਸ ਤਾਕਤ ਨੂੰ ਅਸੀਂ ਪਰਮੇਸ਼ਵਰ ਦਾ ਨਾਮ ਦਿੰਦੇ ਹਾਂ, ਉਹਦੇ ਬਾਰੇ ਵਿੱਚ ਗੁਰੂ ਸਾਹਿਬ ਨੇ ਜੋ ਵੀ ਵਿਚਾਰ ਹੈ ਉਹ ਸਾਡੇ ਸਨਮੁਖ ਰੱਖੀ ਹੈ। ਸਮਾਜ ਦੇ ਅੰਦਰ ਪਰਮੇਸ਼ਵਰ ਨੂੰ ਮੰਨ ਕੇ ਕਈ ਨੇ ਜਿਨ੍ਹਾਂ ਨੂੰ ਪੂਜਿਆ ਜਾ ਰਿਹਾ ਹੈ, ਰੱਬ ਮੰਨ ਕੇ ਕਈ ਨੇ ਜਿਨ੍ਹਾਂ ਦੀ ਪੂਜਾ ਕੀਤੀ ਜਾ ਰਹੀ ਹੈ ਜਾਂ ਜਿਨ੍ਹਾਂ ਨੂੰ ਪੂਜਿਆ ਜਾ ਰਿਹਾ ਹੈ। ਪਰ ਇੱਕ ਹਸਤੀ ਉਹ ਹੈ ਜਿਹਨੂੰ ਅਕਾਲ ਦਾ ਨਾਮ ਦਿੱਤਾ ਜਾਂਦਾ ਹੈ ਜਾਂ ਨਿਰਆਕਾਰ ਦਾ ਨਾਮ ਦਿੱਤਾ ਜਾਂਦਾ ਹੈ ਜਾਂ ਸਰਬ ਸ਼ਕਤੀਮਾਨ ਦਾ ਨਾਮ ਦਿੱਤਾ ਜਾਂਦਾ ਹੈ, ਸਮਰੱਥ ਦਾ ਨਾਮ ਦਿੱਤਾ ਜਾਂਦਾ ਹੈ। ਇੱਕ ਹਸਤੀ ਉਹ ਹੈ ਜਿਸ ਹਸਤੀ ਦੇ ਬਾਰੇ ਵਿੱਚ ਗੁਰੂ ਕਲਗੀਧਰ ਸਾਹਿਬ ਜੀ ਜ਼ਿਕਰ ਕਰ ਰਹੇ ਨੇ, ਔਰ ਉਹ ਤਾਕਤ ਐਸੀ ਹੈ, ਉਹ ਹਸਤੀ ਐਸੀ ਹੈ ਕਿ ਉਹਦੇ ਵਰਗਾ ਕੋਈ ਦੂਜਾ ਹੈ ਨਹੀਂ, ਉਹਦੇ ਜਿਤਨਾ ਸਮਰੱਥ ਕੋਈ ਦੂਜਾ ਨਹੀਂ, ਉਹਦੇ ਜਿਤਨਾ ਬਲਵਾਨ ਕੋਈ ਦੂਜਾ ਨਹੀਂ, ਉਹਦੀ ਜਿਤਨੀ ਤਾਕਤ ਦਾ ਮਾਲਕ ਦੂਜਾ ਕੋਈ ਨਹੀਂ। ਉਹ ਸਰਬ ਸਮਰੱਥ, ਸਰਬ ਕਲਾ ਸਮਰੱਥ ਹੈ ਔਰ ਹਰ ਤਰੀਕੇ ਦੇ ਨਾਲ ਉਹ ਜੀਵਾਂ ਦੀ ਪਰਵਰਿਸ਼, ਜੀਵਾਂ ਦੀ ਸੰਭਾਲ ਕਰਦੇ ਹੈ, ਜੀਵਾਂ ਦੀ ਸੰਭਾਲ ਵੀ ਕਰਦੇ ਹੈ, ਜੀਵਾਂ ਦੀ ਪ੍ਰਤਪਾਲਣਾ ਵੀ ਕਰਦੇ ਹੈ,
ਜੀਵਾਂ ਦੀ ਪ੍ਰਤਿਪਾਲਨਾ ਕਰਦਾ ਹੋਇਆ ਉਹ ਜੀਵਾਂ ਨੂੰ ਹੰਤਾ, ਜੀਵਾਂ ਨੂੰ ਹਰਨ ਦਾ ਜਿਹੜਾ ਗੁਣ ਹੈ, ਜੀਵਾਂ ਨੂੰ ਹਰਨ ਦੀ ਜਿਹੜੀ ਤਾਕਤ ਹੈ, ਉਹ ਵੀ ਰੱਖ ਰਿਹਾ ਹੈ। ਗੁਰੂ ਸਾਹਿਬ ਜੀ ਨੇ ਚਰਪਟ ਛੰਦ ਦੇ ਰੂਪ ਵਿੱਚ ਬਚਨ ਜਿਹੜੇ ਉਹ ਉਚਾਰਨ ਕੀਤੇ, ਤੇ ਮਾਲਕ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਹੀ ਇਹ ਕੀਤਾ ਸਰਬੰ ਹੰਤਾ ਸਰਬੰ ਗੰਤਾ। ਉਹਨੇ ਦੋ ਚੀਜ਼ਾਂ ਨੇ। ਜਦੋਂ ਗੰਤਾ ਦਾ ਅਰਥ ਕਰਾਂਗੇ ਤੇ ਗਮਨ ਕਰਨ ਵਾਲਾ, ਜਿਹੜਾ ਸਾਰੀਆਂ ਥਾਵਾਂ ਦੇ ਉੱਤੇ ਪਰਿਪੂਰਨ ਹੈ, ਪਹੁੰਚਿਆ ਹੋਇਆ ਹੈ, ਜਿਹਦੀ ਪਹੁੰਚ ਸਾਰੀਆਂ ਥਾਵਾਂ ਦੇ ਉੱਪਰ ਹੈ, ਉਹਨੂੰ ਕਿਹਾ ਜਾਂਦਾ ਹੈ ਸਰਬਗੰਤਾ। ਜਾਂ ਇਉਂ ਕਹਿ ਲਈਏ ਵੀ ਹਰ ਇੱਕ ਜਗ੍ਹਾ ਦੇ ਉੱਤੇ ਪਹੁੰਚਣ ਦੀ ਸਮਰੱਥਾ ਰੱਖਣ ਵਾਲਾ, ਜਿਹਦੇ ਤੋਂ ਕੋਈ ਵੀ ਅਸਥਾਨ, ਕੋਈ ਵੀ ਜਗ੍ਹਾ ਜਿਹੜੀ ਹੈ ਉਹ ਦੂਰ ਨਹੀਂ ਹੈ, ਜਿਹੜਾ ਇਤਨੀ ਤਾਕਤ ਰੱਖਣ ਦਾ, ਇਤਨੀ ਤਾਕਤ ਰੱਖਦਾ ਹੈ ਜਾਂ ਇਤਨੀ ਤਾਕਤ ਦਾ ਮਾਲਕ ਹੈ ਕਿ ਉਹ ਹਰ ਜਗ੍ਹਾ ਦੇ ਉੱਤੇ ਗਮਨ ਕਰਕੇ ਪਹੁੰਚ ਸਕਦਾ ਹੈ। ਉਹਦੇ ਕੋਲ ਸਮਰੱਥਾ ਹੈ, ਉਹਦੇ ਕੋਲ ਪਾਵਰ ਹੈ। ਜਿੱਥੇ ਉਹ ਸਾਰੀਆਂ ਥਾਵਾਂ ਦੇ ਉੱਤੇ ਪਹੁੰਚ ਸਕਣ ਵਾਲਾ ਹੈ, ਉੱਥੇ ਨਾਲ ਗੁਰੂ ਕਲਗੀਧਰ ਸਾਹਿਬ ਕਹਿੰਦੇ ਸਰਬੰ ਹੰਤਾ, ਉਹ ਸਾਰਿਆਂ ਨੂੰ ਹਰ ਲੈਣ ਵਾਲਾ ਵੀ ਹੈ। ਹੰਤਾ ਭਾਵ ਹਰ ਲੈਣ ਵਾਲਾ, ਖਤਮ ਕਰ ਦੇਣ ਵਾਲਾ, ਮਾਰ ਦੇਣ ਵਾਲਾ। ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਪਾਵਨ ਬਚਨਾਂ ਦੇ ਰਾਹੀਂ ਜੋ ਪ੍ਰਗਟਾਵਾ ਕੀਤਾ, ਉਹਦੇ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਵੀ ਸੰਸਾਰ ਜਿਹੜਾ ਉਹ ਇਹ ਮੰਨ ਰਿਹਾ, ਕਿਉਂਕਿ ਸੰਸਾਰ ਦੀ ਜੋ ਮਾਨਸਿਕਤਾ ਹੈ, ਸਮਾਜ ਦੇ ਲੋਕਾਂ ਦੀ ਜੋ ਮਾਨਸਿਕਤਾ ਹੈ, ਉਹ ਐਸੀ ਬਣੀ ਹੋਈ ਹੈ ਕਿ ਜਿਵੇਂ ਉਹ ਇੱਕ ਸ਼ਖਸ ਨੂੰ, ਇੱਕ ਮਨੁੱਖ ਦੇ ਬਾਰੇ ਵਿੱਚ ਉਹ ਵਿਚਾਰ ਕਰ ਰਹੇ ਨੇ ਕਿ ਇੱਕ ਮਨੁੱਖ ਜਿਹੜਾ ਹੈ ਉਹ ਇੱਕ ਸਮੇਂ ਦੇ ਅੰਦਰ ਇੱਕੋ ਕਰਮ ਕਰ ਸਕਦਾ ਹੈ। ਔਰ ਕਈ ਵਾਰ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਇਹ ਇਨਸਾਨ ਦੀ ਜਿਹੜੀ ਨਜ਼ਰ ਹੈ ਨਾ, ਸੰਸਾਰਕ ਹੈ। ਇਹ ਜਿਸ ਵੀ ਕਰਮ ਨੂੰ ਜਾਂ ਜਿਸ ਵੀ ਤਾਕਤ ਨੂੰ ਵੇਖਦਾ, ਉਹ ਸੰਸਾਰਕ ਨਜ਼ਰੀਏ ਨਾਲ ਵੇਖਦਾ ਹੈ। ਤੇ ਸੰਸਾਰਕ ਨਜ਼ਰੀਏ ਨਾਲ ਵੇਖਦਾ ਹੋਇਆ ਇਹ ਇਨਸਾਨ ਜਦੋਂ ਰੱਬ ਨੂੰ ਜਾਂ ਗੁਰੂ ਨੂੰ ਵੇਖਦਾ ਤੇ ਉਦੋਂ ਗੁਰੂ ਔਰ ਰੱਬ ਨੂੰ ਵੀ ਸੰਸਾਰਕ ਨਜ਼ਰੀਏ ਨਾਲ ਹੀ ਵੇਖਦਾ ਹੈ। ਜਿੰਨੀ ਕੁ ਸੋਚ ਇਹ ਲੈ ਕੇ ਸੰਸਾਰ ਬਾਰੇ ਸੋਚਦਾ ਹੈ, ਉਨੀ ਕੀ ਮੱਤ ਦੇ ਨਾਲ ਇਹ ਪ੍ਰਮਾਤਮਾ ਬਾਰੇ ਸੋਚਦਾ ਹੈ। ਤੇ ਜੋ ਕੁਝ ਇਹਨੇ ਸੰਸਾਰ ਬਾਰੇ ਸੋਚਿਆ, ਉਹੀ ਕੁਝ ਇਹਨੇ ਪ੍ਰਮਾਤਮਾ ਬਾਰੇ ਸੋਚਿਆ। ਜਿਹੜਾ ਕੁਝ ਇਹਨੇ ਇਨਸਾਨਾਂ ਦੇ ਬਾਰੇ ਵਿੱਚ ਵਿਚਾਰਿਆ, ਇਨਸਾਨਾਂ ਦੇ ਬਾਰੇ ਵਿੱਚ ਸੋਚਿਆ ਜਾਂ ਇਨਸਾਨ ਦੇ ਬਾਰੇ ਵਿੱਚ ਚਿਤਵਿਆ, ਬਾਕੀ ਜੀਵਾਂ ਦੇ ਬਾਰੇ ਵਿੱਚ ਚਿਤਵਿਆ, ਉਹੀ ਕੁਝ ਉਸੇ ਨਜ਼ਰੀਏ ਨਾਲ, ਉਨੀ ਕੀ ਸਮਰੱਥਾ ਦੇ ਨਾਲ ਇਹਨੇ ਪਰਮੇਸ਼ਵਰ ਬਾਰੇ ਚਿਤਵਿਆ। ਜਿਵੇਂ ਇਨਸਾਨ ਇੱਕ ਵੇਲੇ ਇੱਕ ਕਰਮ ਕਰਦਾ ਹੈ, ਦੂਜਾ ਕੰਮ ਕਰਨ ਵਾਸਤੇ ਦੂਸਰਾ ਇਨਸਾਨ ਚਾਹੀਦਾ ਹੈ। ਤਿੰਨ ਕਰਮ ਕਰਨੇ ਹੋਣ ਤੇ ਤਿੰਨ ਤਰ੍ਹਾਂ ਦੇ ਇਨਸਾਨ ਚਾਹੀਦੇ ਨੇ। ਹਾਂ ਠੀਕ ਹੈ, ਹੋ ਸਕਦਾ ਹੈ ਕਿ ਇੱਕ ਇਨਸਾਨ ਤਿੰਨੇ ਕਰਮ ਕਰਨੇ ਜਾਣਦਾ ਹੋਵੇ, ਪਰ ਉਹਨਾਂ ਦੇ ਵਿੱਚ ਪਰਪੱਕਤਾ ਨਹੀਂ। ਪਰਪੱਕਤਾ ਉਹਦੇ ਕੋਲ ਕੇਵਲ ਇੱਕੋ ਕੰਮ ਵਿੱਚ ਹੋਏਗੀ ਜਿਸ ਕਰਮ ਨੂੰ ਉਹ ਪ੍ਰੋਫੈਸ਼ਨਲੀ ਤੌਰ ਉੱਤੇ ਵੇਖ ਰਿਹਾ ਹੈ। ਪਰ ਬਾਕੀ ਦੋ ਕਰਮ ਉਹ ਕਰਨੇ ਤੇ ਜਾਣਦਾ ਹੈ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਸਮਾਂ ਲੰਘਾ ਸਕਦਾ ਹੈ, ਪਰ ਪ੍ਰੋਫੈਸ਼ਨਲੀ ਤੌਰ ਦੇ ਉੱਤੇ ਉਹ ਉਹਨਾਂ ਕਰਮਾਂ ਨੂੰ ਵਿਚਰ ਨਹੀਂ ਸਕਦਾ ਜਾਂ ਉਹਨਾਂ ਕਰਮਾਂ ਨੂੰ ਕਰ ਨਹੀਂ ਸਕਦਾ। ਤੇ ਇਸੇ ਤਰ੍ਹਾਂ ਇਨਸਾਨ ਨੇ ਜਦੋਂ ਪਰਮੇਸ਼ਵਰ ਦੀ ਹਸਤੀ ਨੂੰ ਵੇਖਿਆ ਤੇ ਇਹਨੇ ਨਾ ਪਰਮੇਸ਼ਵਰ ਦੀ ਹਸਤੀ ਨੂੰ ਵੇਖ ਕੇ ਵੀ ਇਹੋ ਅੰਦਾਜ਼ਾ ਲਾਇਆ ਵੀ ਰੱਬ ਵੀ ਇੱਕ ਹੀ ਕਰਮ ਜਿਹੜਾ ਪ੍ਰੋਫੈਸ਼ਨਲੀ ਤੌਰ ਉੱਤੇ ਕਰ ਸਕਦਾ, ਬਾਕੀ ਕੰਮ ਕਰਨ ਵਾਸਤੇ ਉਹਨੇ ਅੱਗੇ ਕੋਈ ਹੋਰ ਰੱਖਿਆ ਹੋਇਆ। ਜਾਂ ਇਉਂ ਕਹਿ ਲਈਏ ਵੀ ਬਾਕੀ ਕਰਮ ਕਰਨ ਵਾਸਤੇ ਕੋਈ ਦੂਜਾ ਆਉਂਦਾ ਹੈ ਜਾਂ ਤੀਜਾ ਕਰਮ ਕਰਨ ਵਾਸਤੇ ਕੋਈ ਤੀਜਾ ਆਉਂਦਾ ਹੈ, ਫਿਰ ਜਾ ਕੇ ਕਿਤੇ ਸੰਸਾਰ ਦੀ ਕਾਰ ਜਿਹੜੀ ਹੈ ਉਹ ਚੱਲਦੀ ਹੈ, ਮਤਲਬ ਸੰਸਾਰ ਦਾ ਵਿਹਾਰ ਚੱਲਦਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਨਹੀਂ ਭਾਈ, ਸੰਸਾਰ ਦੇ ਵਿਹਾਰ ਨੂੰ ਚਲਾਉਣ ਵਾਲਾ ਇੱਕੋ ਹੈ। ਸੰਸਾਰ ਦੇ ਉੱਤੇ ਭਾਵੇਂ ਜਨਮ ਦੀ ਬਾਤ ਆਵੇ, ਉਹ ਪਰਮਾਤਮਾ ਅਕਾਲ ਪੁਰਖ ਪਰਮੇਸ਼ਵਰ ਦੀ ਬਖਸ਼ਿਸ਼ ਨਾਲ ਹੁੰਦਾ ਹੈ। ਜੇ ਪਰਵਰਿਸ਼ ਦੀ ਬਾਤ ਆਏ, ਪਾਲਣਾ ਦੀ ਬਾਤ ਆਏ, ਤੇ ਪਾਲਣਾ ਵੀ ਉਹ ਆਪ ਕਰਦਾ ਹੈ। ਸਰਬ ਜੀਵ ਨੂੰ ਉਹ ਪਾਲ ਰਿਹਾ, ਪ੍ਰਤਪਾਲਕ ਬਣ ਕੇ ਬੈਠਾ ਹੈ। ਪਰ ਜੇ ਉੱਥੇ ਹਰਨ ਦੀ ਬਾਤ ਆਏ, ਖਤਮ ਕਰਨ ਦੀ ਬਾਤ ਆਏ, ਤੇ ਫਿਰ ਖਤਮ ਕਰਨ ਵਾਲਾ ਕੋਈ ਦੂਜਾ ਜਾਂ ਤੀਜਾ ਨਹੀਂ ਆਉਂਦਾ।
ਖਤਮ ਕਰਨ ਵਾਲਾ ਵੀ ਉਹੀ ਪਰਮੇਸ਼ਵਰ ਆਪ ਹੈ ਜਿਨੇ ਜਨਮ ਦਿੱਤਾ ਹੈ। ਤੇ ਸਤਿਗੁਰੂ ਜੀ ਨੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਆਖਦੇ, ਕਹਿੰਦੇ ਸਰਬੰ ਹੰਤਾ, ਉਹ ਪਰਮੇਸ਼ਵਰ ਜਿਹੜਾ ਹੈ ਇੰਨੀ ਤਾਕਤ ਦਾ ਮਾਲਕ ਹੈ, ਇਤਨੀ ਸਮਰੱਥਾ ਦਾ ਮਾਲਕ ਹੈ ਕਿ ਉਹ ਜੀਵਾਂ ਦਾ ਜਿਹੜਾ ਘਾਣ ਹੈ ਉਹ ਕਰਨਾ ਜਾਣਦਾ ਹੈ, ਜੀਵਾਂ ਨੂੰ ਉਹ ਮਾਰਨ ਦੀ ਸਮਰੱਥਾ ਰੱਖਦਾ ਹੈ, ਕਿਉਂਕਿ ਉਹਦੀ ਪਹੁੰਚ ਹਰ ਇੱਕ ਜੀਵ ਤਾਈਂ ਹੈ। ਤੇ ਜਿਸ ਦੀ ਪਹੁੰਚ ਹਰ ਜੀਵ ਤਾਈਂ ਹੈ, ਜਿਸ ਦੀ ਪਹੁੰਚ ਹਰ ਇੱਕ ਮਨੁੱਖ ਤਾਈਂ ਹੈ, ਉਹੀ ਹੈ ਪਰਮੇਸ਼ਵਰ ਜਿਹੜਾ ਜੀਵਾਂ ਨੂੰ ਮਾਰ ਸਕਦਾ ਹੈ ਜਾਂ ਜੀਵਾਂ ਨੂੰ ਹਰ ਲੈਣ ਵਾਲਾ ਹੈ। ਉਹ ਜ਼ਿੰਦਗੀ ਦੀ ਦਾਤ ਦਿੰਦਾ ਵੀ ਹੈ ਤੇ ਜ਼ਿੰਦਗੀ ਦੀ ਦਾਤ ਉਹ ਲੈ ਵੀ ਲੈਂਦਾ ਹੈ। ਜੀਵਾਂ ਦੇ ਉੱਤੇ ਕਿਰਪਾ ਕਰਕੇ ਜਿੰਦ ਦੇ ਵੀ ਦਿੰਦਾ ਹੈ ਤੇ ਜੀਵਾਂ ਦੇ ਉੱਤੇ ਉਹ ਆਪਣੀ ਮਿਹਰ ਵਰਤਾਉਂਦਾ ਹੋਇਆ ਜਿੱਥੇ ਜਿੰਦ ਦਿੰਦਾ ਹੈ, ਜਿੱਥੇ ਇਹਨਾਂ ਜੀਵਾਂ ਦੀ ਪਰਵਰਿਸ਼ ਕਰਦਾ ਹੈ, ਉੱਥੇ ਨਾਲ ਉਹਨੇ ਸੰਸਾਰ ਦੀ ਕਾਰ ਨੂੰ ਚਲਾਉਣ ਵਾਸਤੇ, ਸੰਸਾਰ ਦੇ ਵਿਹਾਰ ਨੂੰ ਚਲਾਉਣ ਵਾਸਤੇ ਉਹਨੇ ਇੱਕ ਨਿਯਮ ਐਸਾ ਵੀ ਬਣਾਇਆ ਕਿ ਜਿਹੜਾ ਸੰਸਾਰ ਉੱਤੇ ਆਇਆ ਉਹਨੂੰ ਸੰਸਾਰ ਤੋਂ ਜਾਣਾ ਵੀ ਪੈਂਦਾ ਹੈ। ਉਹਨੇ ਨਿਯਮ ਬਣਾਇਆ। ਆਪਾਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਪੜ੍ਹਦੇ ਆ ਨਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਵਿੱਚ ਜ਼ਿਕਰ ਕਰ ਦਿੱਤਾ। ਮਾਲਕ ਜੀ ਆਖਦੇ ਕਿ ਉਹ ਪ੍ਰਮਾਤਮਾ ਇਤਨਾ ਸਮਰੱਥ ਹੈ ਕਿ ਦੇ ਲੈਸੈ ਜਿੰਦ ਕਵਾਓ, ਉਹ ਜੀਵਾਂ ਨੂੰ ਜਿੰਦ ਦਿੰਦਾ ਵੀ ਹੈ ਤੇ ਜੀਵਾਂ ਕੋਲੋਂ ਜਿੰਦ ਲੈਂਦਾ ਵੀ ਹੈ। ਲੈਣ ਤੇ ਦੇਣ ਦੀ ਸਮਰੱਥਾ ਉਹ ਪਰਮੇਸ਼ਵਰ ਆਪ ਰੱਖਦਾ ਹੈ। ਜਿੱਥੇ ਉਹ ਜੀਵਾਂ ਨੂੰ ਜਿੰਦ ਦੇ ਕੇ ਜੀਵਾਂ ਨੂੰ ਸੰਸਾਰ ਤੇ ਭੇਜ ਰਿਹਾ, ਉੱਥੇ ਉਹਨੇ ਨਿਯਮ ਬਣਾਇਆ ਜਿਹਨੂੰ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨਾਂ ਵਿੱਚ ਪੜ੍ਹਦੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਈ ਲੈ ਛਾੜ ਸਗਲ ਜੰਜਾਲ। ਇਸ ਨਿਯਮ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਇਸ ਨਿਯਮ ਨੂੰ ਜਦੋਂ, ਕਿਉਂਕਿ ਸੰਸਾਰ ਦਾ ਵਿਹਾਰ ਹੈ, ਜਦੋਂ ਸੰਸਾਰ ਦੇ ਵਿਹਾਰ ਨੂੰ ਵੇਖਾਂਗੇ ਤੇ ਸਮਾਜ ਦੇ ਉੱਤੇ ਇੱਕ ਸੱਚ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਭਾਈ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਇਸ ਸੰਸਾਰ ਨੂੰ ਇਸੇ ਤਰ੍ਹਾਂ ਸਮਝ ਜਿਵੇਂ ਇੱਕ ਸੁਪਨਾ ਤੂੰ ਵੇਖ ਰਿਹਾ। ਇਹ ਸੁਪਨਾ ਕਦੇ ਸਦੀਵ ਨਹੀਂ ਰਿਹਾ ਕਰਦਾ। ਜੇ ਆਪਾਂ ਸੁਪਨਾ ਵੇਖ ਰਹੇ ਹਾਂ ਤੇ ਅਸੀਂ ਸਾਰੀ ਜ਼ਿੰਦਗੀ ਸੁਪਨਾ ਨਹੀਂ ਵੇਖ ਸਕਦੇ। ਆਪਣੀਆਂ ਬੰਦ ਅੱਖਾਂ ਰੱਖ ਕੇ ਅਸੀਂ ਕਿੰਨਾ ਕੁ ਚਿਰ ਸੁਪਨਾ ਵੇਖਾਂਗੇ? ਕੋਈ ਮਨੁੱਖ ਐਸਾ ਹੈ ਵੀ ਜਿਹੜਾ ਕਦੇ ਹੁਣ ਮੈਂ ਸਾਰੀ ਜ਼ਿੰਦਗੀ ਸੁੱਤਾ ਰਵਾਂ ਤੇ ਸੁਪਨੇ ਵੇਖਦਾ ਰਵਾਂ? ਸੁਪਨਾ ਕਦੇ ਸਦੀਵ ਨਹੀਂ ਰਹਿੰਦਾ। ਉਹਨੇ ਕੁਝ ਸਮੇਂ ਬਾਅਦ, ਕੁਝ ਪਲਾਂ ਬਾਅਦ, ਕੁਝ ਘੰਟਿਆਂ ਬਾਅਦ ਉਹ ਸੁਪਨੇ ਨੇ ਟੁੱਟ ਜਾਣਾ। ਇਸੇ ਤਰ੍ਹਾਂ ਇਹ ਜ਼ਿੰਦਗੀ ਹੈ। ਜ਼ਿੰਦਗੀ ਰੂਪ ਸੁਪਨਾ ਇਨਸਾਨ ਅੱਖਾਂ ਖੋਲ ਕੇ ਦੇਖ ਰਿਹਾ ਤੇ ਕਿੰਨਾ ਕੁ ਚਿਰ ਵੇਖੇਗਾ? ਇੱਕ ਨਾ ਇੱਕ ਦਿਨ ਐਸਾ ਆਏਗਾ ਜਿਸ ਦਿਨ ਅੱਖਾਂ ਬੰਦ ਹੋ ਜਾਣੀਆਂ ਨੇ, ਤੇ ਜਿੱਦਣ ਅੱਖਾਂ ਬੰਦ ਹੋ ਗਈਆਂ ਉਸ ਦਿਨ ਇਹ ਸੁਪਨਾ ਟੁੱਟ ਜਾਣਾ ਜਿਹੜਾ ਖੁੱਲੀਆਂ ਅੱਖਾਂ ਨਾਲ ਵੇਖ ਰਿਹਾ। ਫਰਕ ਤੇ ਕੁਝ ਨਹੀਂ ਨਾ। ਇੱਕ ਸੁਪਨਾ ਬੰਦ ਅੱਖਾਂ ਨਾਲ ਵੇਖ ਰਿਹਾ, ਇੱਕ ਸੁਪਨਾ ਖੁੱਲੀਆਂ ਅੱਖਾਂ ਨਾਲ ਵੇਖ ਰਿਹਾ। ਜਿਹੜਾ ਬੰਦ ਅੱਖਾਂ ਨਾਲ ਵੇਖ ਰਿਹਾ ਉਦੋਂ ਟੁੱਟ ਜਾਂਦਾ ਜਿੱਦਣ ਅੱਖ ਖੁੱਲ ਜਾਂਦੀ ਹੈ, ਤੇ ਇੱਕ ਸੁਪਨਾ ਖੁੱਲੀਆਂ ਅੱਖਾਂ ਨਾਲ ਵੇਖ ਰਿਹਾ ਉਹ ਉਦੋਂ ਟੁੱਟ ਜਾਂਦਾ ਜਿੱਦਣ ਅੱਖਾਂ ਬੰਦ ਹੋ ਜਾਣ। ਪਰ ਸੁਪਨਾ ਜਿਹੜਾ ਉਹਨੇ ਟੁੱਟ ਜ਼ਰੂਰ ਜਾਣਾ। ਰੱਬ ਦਾ ਬਣਾਇਆ ਇੱਕ ਨਿਯਮ ਹੈ ਕਿ ਜਿਹੜਾ ਉਪਜਿਆ ਹੈ ਉਹਨੇ ਵਿਣਸਣਾ ਵੀ ਹੈ, ਜਿਹੜਾ ਜਨਮ ਲੈ ਰਿਹਾ ਉਹਨੇ ਮਰਨਾ ਵੀ ਹੈ, ਜਿਹੜਾ ਪੈਦਾ ਹੋ ਰਿਹਾ ਉਹ ਸੰਸਾਰ ਤੋਂ ਜਾਵੇਗਾ ਵੀ। ਜਿਹਨੇ ਸੰਸਾਰ ਦੇ ਉੱਤੇ ਜਨਮ ਲਿਆ, ਪੈਦਾ ਹੋਇਆ, ਉੱਗਿਆ ਹੈ, ਉਪਜਿਆ ਹੈ ਕਿਸੇ ਤਰੀਕੇ ਵਿੱਚ, ਜਾਂ ਸੌਖੇ ਜਿਹੇ ਲਫ਼ਜ਼ਾਂ 'ਚ ਕਹਿ ਲਈਏ ਜਿਹੜਾ ਜੋਨੀ ਨਾਲ ਜਨਮ ਲੈ ਰਿਹਾ ਹੈ, ਜੂਨ ਵਿੱਚ ਆ ਰਿਹਾ ਹੈ, ਜਾਂ ਇਉਂ ਕਹਿ ਲਈਏ ਜਿਹੜਾ ਖਾਣੀਆਂ ਦੇ ਵਿੱਚੋਂ ਜਨਮ ਲੈ ਰਿਹਾ ਹੈ, ਉਹ ਜਨਮ ਲੈਣ ਵਾਲਾ ਹਰ ਇੱਕ ਸ਼ਖਸ, ਹਰ ਇੱਕ ਵਸਤੂ, ਹਰ ਇੱਕ ਪਦਾਰਥ ਜਿਹੜਾ ਉਹ ਨਾਸ਼ ਹੋਏਗਾ। ਤੇ ਪਰਮੇਸ਼ਵਰ ਨੂੰ ਇਸੇ ਕਰਕੇ ਅਜੋਨੀ ਕਿਹਾ ਗਿਆ, ਉਹ ਜੂਨਾਂ ਵਿੱਚ ਆਉਣ ਵਾਲਾ ਨਹੀਂ। ਇਸੇ ਕਰਕੇ ਉਹ ਪਰਮੇਸ਼ਵਰ ਨੂੰ ਆਖਿਆ ਗਿਆ, ਪਰਮੇਸ਼ਵਰ ਜੀ ਤੁਸੀਂ ਖਾਣੀਆਂ ਵਿੱਚ ਆਉਣ ਵਾਲੇ ਨਹੀਂ, ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ, ਪਾਸੇ ਹੋ। ਤੇ ਧੰਨ ਗੁਰੂ ਕਲਗੀਧਰ ਸਾਹਿਬ ਅੱਜ ਕਹਿੰਦੇ, ਰੱਬ ਜੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਾਸੇ ਹੁੰਦਿਆਂ ਹੋਇਆਂ ਸਰਬੰ ਹੰਤਾ, ਤੁਸੀਂ ਹਰ ਇੱਕ ਜੀਵ ਨੂੰ ਹਰਨ ਦੀ, ਹਰ ਇੱਕ ਜੀਵ ਨੂੰ ਮਾਰਨ ਦੀ ਸਮਰੱਥਾ ਰੱਖਦੇ ਹੋ। ਕੋਈ ਵੀ ਪਰਮੇਸ਼ਵਰ ਦੇ ਨਾਲ ਮਸਤਕ ਲਾ ਕੇ ਜਾਂ ਮੱਥਾ ਲਾ ਕੇ ਇਹ ਨਹੀਂ ਕਹਿ ਸਕਦਾ ਕਿ ਰੱਬ ਜੀ ਤੇਰੇ ਕੋਲ ਮੈਨੂੰ ਮਾਰਨ ਦੀ ਸਮਰੱਥਾ ਨਹੀਂ ਹੈ। ਉਹ ਰੱਬ ਨੇ ਜਿਸ ਜੀਵ ਨੂੰ ਵੀ ਪੈਦਾ ਕੀਤਾ ਉਹਨੂੰ ਮਾਰਨ ਦੀ ਸਮਰੱਥਾ ਉਹ ਰੱਖਦਾ, ਭਾਵੇਂ ਉਹ ਕਿਸੇ ਢੰਗ ਨਾਲ ਰੱਖਦਾ ਹੋਵੇ। ਜੇ ਆਪਾਂ ਮਿਥਿਹਾਸ ਦੀ ਗੱਲ ਕਰਦੇ ਹਾਂ, ਹੁਣ ਮਿਥਿਹਾਸ ਵਿੱਚ ਬੜੀ ਪਿਆਰੀ ਉਦਾਹਰਣ ਹੈ। ਹਰਨਾਕਸ਼ ਦਾ ਜਦੋਂ ਜੀਵਨ ਪੜਾਂਗੇ, ਪ੍ਰਹਿਲਾਦ ਜੀ ਦਾ ਜਦੋਂ ਜੀਵਨ ਪੜਾਂਗੇ, ਤੇ ਉਹਨਾਂ ਦੇ ਜੀਵਨ ਵਿੱਚ ਕੀ ਹੈ? ਹਰਨਾਕਸ਼ ਇੰਨੀ ਸ਼ਾਤਰਤਾ ਦਾ ਮਾਲਕ, ਇੰਨੀ ਚਲਾਕੀ ਦਾ ਮਾਲਕ
कि उन्हें चलाकियां दे नाल परमात्मा दे कोलों वर कैसे मंगे भी किसी तरीके नाल मेरी मौत होवे ही ना। पैसे पहलों तो डायरैक्ट कहता भी रब जी मैनू अमर कर दिओ, मैं मरा ना कदे। पर परमेश्वर ने अगों जवाब की दिता भी नहीं, जिहड़ा संसार ते आया उन्होंने मौत जरूर आएगी। ते अगों हरनाकश की आखदा है, परमेश्वर जी फिर हुण जे वर देण आयो ते किरपा करो, मैं कदे ना दिने मरा ना रात मरा, ना वेड़े ना मैं बाहर मरा, ना मैं अंदर मरा, ना मैं धरती ते मरा, ना आकाश नाल मरा, ना मैं किसी हथियार नाल मरा, ना मैं किसी बीमारी नाल मरा, ना मैं किसी मनुख तो मरा, ना मैं किसी जानवर तो मरा। हुण इह सारियां कंडीशनस रख दित्तियां। इन्हां सारियां कंडीशनस तो बिना इंसान की मौत नहीं हो सकती। इंसान जां दिने मरेगा, जां रात मरेगा, जां रोग नाल मरेगा, जां कोई मारेगा, जां किसी तरीके मौत आएगी, जां कह लो अंदर मरेगा ते जां बाहर मरेगा, जां शाम वेले मरेगा, जां सवेर वेले मरेगा। एक ना एक कंडीशन ते उहदे उत्ते लागू होएगी ना। ते उन्हें सारियां कंडीशन ही जिहड़ियां ओह कहता भी रब जी मैं इदां नहीं मरना चाहुंदा। हुण रब ने किड्डा जरिया बनाया, उन्हें जरिया वेखो कि जिहड़ा इंसान जन्म लै रहा है, जिहड़ा इंसान पैदाइश जिसदी हो रही है, जिहड़ा पैदा हो रहा है, उहदे मारन दा प्रबंध उन्हें कर दिता है। भावें उस तों बाद विच नर सिंह दा अवतार लैके आ रहा है, फिर मारन लग्गिया उन्हें किन्ना जिहड़ा हैरानीजनक उहदे हर एक मंगे हुए वर नूं भी ख्याल विच रखिया भी किसी प्रकार उहदा वर भी जिहड़ा है वह भी ना नाश होवे ते उहदी मौत भी जरूर होवे। उहनूं मारन लग्गिया अद्धा धड़ मनुख दा, अद्धा धड़ इंसान जिहड़ा जानवर दा, ते ना वो रोग नाल मारिया, ना किसी हथियार नाल मारिया। मारन लग्गिया उहनूं अपने नौहां नाल मारिया जांदा है, ना उहनूं धरती ते मारिया, ना आकाश ते मारिया। उहनूं अपने जिहड़े लतां दे उत्ते रख के, पटां दे उत्ते रख के मारिया, ना उहनूं अंदर मारिया, ना बाहर मारिया। दहलीज दे विच खड़ो के उहनूं मौत दे घाट उतारिया जा रहे, ना दिने ते ना रात, संध्या दा वेला जिस वक्त उहनूं मौत दे घाट उतारिया जा रहे। हर एक उहदे मंगे हुए वर नूं ख्याल विच रख के रब ने फिर भी उहदे मारन दा प्रबंध कर दिता। वह हंता है, वह सब नूं हर लैण वाला है, सब नूं मार देण वाला है। ते गुरु साहब जी आखदे सर्बं हंता सर्बं गंता, फिर वो सारियां थावां दे उत्ते पहुंच रखण वाला है। कोई भी थां ऐसी नहीं जिस जगह दे उत्ते परमेश्वर प्रभु दी पहुंच ना होवे। वो हर जगह दे उत्ते अपनी पहुंच दा मालिक है, गमन करके जाने वाला कह लीए, हर जगह दे उत्ते मौजूद आख लीए, या इउं कह लीए रब जी तुसी सारियां थावां दे उत्ते विराजमान हो, सुभाएमान हो, हर जगह दे उत्ते तुसी सुशोभत हो। इस तरीके सतगुरु पातशाह जी ने जिक्र किया। फिर आखदे सर्वं ख्याता सर्वं ज्ञाता। हुण ख्याता तो भाव प्रसिद्ध, फेमस। किस पासे परमेश्वर की बात नहीं है कि रब फेमस नहीं है, परमेश्वर प्रसिद्ध नहीं है। सतगुरु जी की बाणी का एक जिक्र है, बाबा फरीद जी का बचन आप दी रसनामा ते रही। आप सवारे मैं मिले, मैं मिलिया सुख होए, जे तू मेरा होए रहे सब जग तेरा होए। परमेश्वर जी जे तू मेरा होए रहे सब जग तेरा होए। एक बचन आप जी दियां रचनावां ते होर रहिंदा, हर मन तन वसिया सोई, जय जयकार करे सब कोई, गुर पूरे की वडियाई ताकि कीमत कहन ना जाए। हुण परमेश्वर समर्थ है, हर जगह दे उत्ते फेमस है। किस पासे वेखांगे जिस जगह दे उत्ते परमेश्वर की हस्ती मौजूद नहीं है, या किस देश दे लोग वेखांगे जिस देश दे लोगों नूं वेख के असीं कह दईए जी इन्हां नूं परमेश्वर बारे नहीं पता, या ये लोग परमेश्वर की हस्ती बारे नहीं जानते। बात अलग है कि उन्हां दे आवाज़ मारन दा तरीका कोई होर हो सकता है। बात वखरी है कि उन्हां ने रब दा नाम वखरा रख के उन्होंने आवाज़ मारी। बात वखरी है कि रब नूं मनाउण दा उन्हां दे धर्म मुताबक ढंग वखरा होवे, पर ख्याल रखिए मना सारे ही परमेश्वर नूं रहे ने। कोई ऐसा नहीं
ਜਿਹੜਾ ਪਰਮੇਸ਼ਵਰ ਨੂੰ ਨਾ ਜਾਣਦਾ ਹੋਵੇ, ਜਾਂ ਕੋਈ ਐਸਾ ਨਹੀਂ ਜਿਹੜਾ ਪਰਮੇਸ਼ਵਰ ਦੀ ਬਾਤ ਨਾ ਪਾਉਂਦਾ ਹੋਵੇ। ਬਸ ਬਾਤ ਇਹ ਹੈ ਕਿ ਕਿਸੇ ਨੇ ਕਿਸੇ ਨਾਮ ਨਾਲ ਚੇਤੇ ਕੀਤਾ, ਕਿਸੇ ਨੇ ਕਿਸੇ ਨਾਮ ਨਾਲ, ਕੋਈ ਕਿਸੇ ਤਰੀਕੇ ਉਹਨੂੰ ਮਨਾਉਣ ਦਾ ਯਤਨ ਕਰ ਰਿਹਾ, ਕੋਈ ਕਿਸੇ ਢੰਗ ਨਾਲ ਪ੍ਰਸੰਨ ਕਰਨ ਦਾ ਯਤਨ ਕਰ ਰਿਹਾ। ਪਰ ਹਰ ਇੱਕ ਜੀਵ ਜਿਹੜਾ ਉਹ ਇਸੇ ਕਰਮ ਵਿੱਚ ਲੱਗਾ ਹੋਇਆ ਹੈ ਕਿ ਮੈਂ ਆਪਣੇ ਅਕਾਲ ਪੁਰਖ ਨੂੰ, ਆਪਣੇ ਪਰਮੇਸ਼ਵਰ ਨੂੰ ਪ੍ਰਸੰਨ ਕਰ ਸਕਾਂ, ਮੈਂ ਉਹਦੀ ਪ੍ਰਸੰਨਤਾ ਨੂੰ ਹਾਸਲ ਕਰ ਸਕਾਂ, ਕਿਤੇ ਮੈਂ ਉਹਦੀਆਂ ਬਖਸ਼ਿਸ਼ਾਂ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਵਾਂ, ਉਹਦੀਆਂ ਬਖਸ਼ਿਸ਼ਾਂ ਦਾ ਮੈਂ ਪਾਤਰ ਆਪਣੇ ਜੀਵਨ ਵਿੱਚ ਬਣ ਜਾਵਾਂ। ਹਰ ਇੱਕ ਸ਼ਖਸ, ਹਰ ਦੇਸ਼ ਦਾ ਮਨੁੱਖ, ਹਰ ਇੱਕ ਰਾਜ ਵਿੱਚ ਬੈਠਾ ਹੋਇਆ ਇਨਸਾਨ, ਕਿਸੇ ਘਰਾਣੇ ਨਾਲ ਸੰਬੰਧ ਰੱਖਣ ਵਾਲਾ ਹੋਵੇ, ਕਿਸੇ ਮਜ਼ਹਬ ਨਾਲ ਸੰਬੰਧ ਰੱਖਣ ਵਾਲਾ ਹੋਵੇ, ਉਹ ਹਰ ਇੱਕ ਸ਼ਖਸ ਪਰਮੇਸ਼ਵਰ ਨੂੰ ਆਵਾਜ਼ ਮਾਰਦਾ ਹੋਇਆ ਉਹਨੂੰ ਚੇਤੇ ਕਰਦਾ, ਉਹਦਾ ਚਿੰਤਨ ਕਰਦਾ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ, ਸਰਬੰ ਖਿਆਤਾ, ਰੱਬ ਜੀ ਮੈਨੂੰ ਕੋਈ ਥਾਂ ਐਸਾ ਨਜ਼ਰ ਨਹੀਂ ਆਉਂਦਾ, ਕੋਈ ਜਗ੍ਹਾ ਐਸੀ ਨਜ਼ਰ ਨਹੀਂ ਆਉਂਦੀ ਜਿਸ ਜਗ੍ਹਾ ਦੇ ਉੱਤੇ ਤੁਸੀਂ ਮੌਜੂਦ ਨਾ ਹੋਵੋ। ਹਰ ਇੱਕ ਜਗ੍ਹਾ ਉੱਤੇ ਤੁਸੀਂ ਮੌਜੂਦ ਹੋ ਤੇ ਹਰ ਸ਼ਖਸ ਤੁਹਾਨੂੰ ਜਾਣਦਾ। ਤੁਸੀਂ ਐਡੇ ਫੇਮਸ ਤੇ ਐਡੇ ਪ੍ਰਸਿੱਧ ਹੋ, ਐਡੇ ਮਸ਼ਹੂਰ ਹੋ ਕਿ ਇੱਕ ਬਾਲਕ ਨਿੱਕਾ ਜਿਹੜਾ ਨਾ, ਉਹ ਨਿੱਕਾ ਬੱਚਾ ਵੀ ਤੁਹਾਨੂੰ ਜਾਣਦਾ ਹੈ, ਇੱਕ ਬਜ਼ੁਰਗ ਆਦਮੀ ਵੀ ਤੁਹਾਨੂੰ ਜਾਣਦਾ ਹੈ। ਹਰ ਇੱਕ ਜੀਵ, ਮਾਲਕ ਜੀ ਜੇ 84 ਲੱਖ ਜੂਨਾਂ ਦੀ ਗੱਲ ਕਰੀਏ ਤੇ 84 ਦੀਆਂ 84 ਲੱਖ ਜੂਨਾਂ ਤੁਹਾਨੂੰ ਜਾਣਦੀਆਂ ਨੇ। ਤੁਸੀਂ ਹਰ ਇੱਕ ਜੂਨ ਦੇ ਅੰਦਰ ਪ੍ਰਸਿੱਧ ਹੋ। ਕਿਹੜਾ ਹੈ ਜਿਹੜਾ ਰੱਬ ਨੂੰ ਨਹੀਂ ਜਾਣਦਾ? ਹਰ ਇੱਕ ਜੀਵ ਉਸ ਮਾਲਕ ਨੂੰ ਜਾਣਦਾ। ਕੀੜੀ ਤੱਕ ਉਸ ਰੱਬ ਨੂੰ ਜਾਣਦੀ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਉਸ ਪਰਮੇਸ਼ਵਰ ਦੀ ਬਾਤ ਜਿਹੜੀ ਉਹ ਪਾਈ ਜਾ ਰਹੀ ਹੈ। ਹਰ ਇੱਕ ਸ਼ਖਸ, ਹਰ ਇੱਕ ਤਾਕਤ, ਹਰ ਇੱਕ ਜੀਵ ਪਰਮੇਸ਼ਵਰ ਦੀ ਹਸਤੀ ਨੂੰ ਜਾਣਦਾ ਹੈ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ, ਰੱਬ ਜੀ ਤੇਰੇ ਵਰਗਾ ਮਸ਼ਹੂਰ ਕੋਈ ਨਹੀਂ। ਇੱਕ ਹਸਤੀ ਮਨੁੱਖ ਦੀ ਹੈ ਜਿਹਨੂੰ ਇੱਕ ਰਾਜ ਵਿੱਚ ਜਾਣਦੇ, 2 ਵਿੱਚ ਜਾਣਦੇ, 4 ਦੇਸ਼ਾਂ ਵਿੱਚ ਜਾਣਦੇ ਹੋਣਗੇ, 10 ਦੇਸ਼ਾਂ ਵਿੱਚ ਜਾਣਦੇ ਹੋਣਗੇ, ਜਾਂ ਇਉਂ ਕਹਿ ਲਈਏ ਮਨੁੱਖ ਹੈ ਜਿਹਨੂੰ ਸਾਰੇ ਮਨੁੱਖ ਜਾਣਦੇ ਹੋਣਗੇ। ਹਰ ਇੱਕ ਦੇਸ਼ ਵਿੱਚ ਰਹਿਣ ਵਾਲਾ, ਹਰ ਰਾਜ ਵਿੱਚ ਰਹਿਣ ਵਾਲਾ, ਪਰ ਬਾਕੀ ਜੂਨਾਂ ਪਰ ਮਨੁੱਖ ਨੂੰ ਨਹੀਂ ਜਾਣ ਸਕਦੀ। ਪਰ ਪਰਮੇਸ਼ਵਰ ਐਸਾ ਹੈ ਜਿਹਨੂੰ ਬਾਕੀ ਜੂਨਾਂ ਵੀ ਜਾਣਦੀਆਂ। ਸਰਬੰ ਖਿਆਤਾ, ਫਿਰ ਕਹਿੰਦੇ ਸਰਬੰ ਗਿਆਤਾ। ਹੁਣ ਗਿਆਤਾ ਤੋਂ ਭਾਵ ਜਾਣਨ ਵਾਲਾ, ਜਿਹਨੂੰ ਅੰਤਰਜਾਮੀ ਕਿਹਾ ਜਾਂਦਾ। ਰੱਬ ਜੀ ਤੁਸੀਂ ਜੀਵਾਂ ਦੇ ਅੰਦਰ ਦੀਆਂ ਜਾਣਨ ਵਾਲੇ। ਹੁਣ ਇੱਕ ਮਨੁੱਖ ਕੀ ਦੂਜੇ ਮਨੁੱਖ ਦੇ ਅੰਦਰ ਦੀਆਂ ਜਾਣਦਾ? ਜੇ ਇੱਕ ਮਨੁੱਖ ਦੂਜੇ ਮਨੁੱਖ ਦੇ ਅੰਦਰ ਦੀਆਂ ਜਾਣਦਾ ਹੁੰਦਾ, ਜਿਵੇਂ ਅੱਜ ਮਨੁੱਖ ਆਪਸ ਦੇ ਅੰਦਰ ਮਿੱਤਰਤਾ ਨਾਲ ਰਹਿ ਰਹੇ ਨੇ, ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਇਹ ਮਿੱਤਰਤਾ ਨਾਲ ਬੈਠ ਜਾਣ। 2 ਮਨੁੱਖ ਇਕੱਠੇ ਹੋ ਕੇ ਬਹਿ ਜਾਣਗੇ, ਕਦੇ ਸੋਚ ਹੀ ਨਹੀਂ ਸਕਦੇ ਆਪ। ਕਿਉਂ? ਕਿਉਂਕਿ ਜੋ ਅੰਦਰ ਇਹਦੇ ਚੱਲ ਰਿਹਾ ਉਸ ਮਨੁੱਖ ਨੂੰ ਲੈ ਕੇ ਉਹ ਨਹੀਂ ਜਾਣਦਾ। ਉਹਨੂੰ ਸਿਰਫ ਉਹ ਨਜ਼ਰ ਆ ਰਿਹਾ ਜੋ ਉਹਨੂੰ ਨਜ਼ਰ ਕਰਵਾਇਆ ਜਾ ਰਿਹਾ ਹੈ, ਜਿਸ ਉੱਤੇ ਉਹਦੀ ਨਜ਼ਰ ਮਰਵਾਈ ਜਾ ਰਹੀ ਹੈ, ਜਿਸ ਉੱਤੇ ਉਹਦੀ ਨਜ਼ਰ ਜਿਹੜੀ ਉਹ ਪਵਾਈ ਜਾ ਰਹੀ ਹੈ, ਉਹਨੂੰ ਉਹੀ ਚੀਜ਼ ਨਜ਼ਰ ਆ ਰਹੀ ਹੈ। ਪਰ ਉਸ ਮਨੁੱਖ ਦੇ ਪ੍ਰਤੀ ਦੂਸਰਾ ਮਨੁੱਖ ਆਪਣੇ ਹਿਰਦੇ ਵਿੱਚ ਕਿਸ ਤਰ੍ਹਾਂ ਦੀ ਵਿਚਾਰ ਲੈ ਕੇ ਬੈਠਾ ਹੈ ਉਹ ਨਹੀਂ ਜਾਣਦਾ। ਬਸ ਉਹਨੂੰ ਸਿਰਫ ਉਹ ਵਿਚਾਰ ਦਿਸ ਰਹੀ ਹੈ ਜਿਹੜੀ ਵਿਚਾਰ ਉਹਨੂੰ ਦਿਖਾਈ ਜਾ ਰਹੀ ਹੈ। ਪਰਮੇਸ਼ਵਰ ਸਾਡੇ ਅੰਦਰ ਦੀਆਂ ਵੀ ਜਾਣਦਾ ਹੈ। ਸਤਿਗੁਰੂ ਜੀ ਨੇ ਆਖਿਆ ਕਿ ਉਹ ਰੱਬ ਇੰਨੀ ਤਾਕਤ ਦਾ ਮਾਲਕ ਹੈ, ਇਤਨੀ ਸਮਰੱਥਾ ਦਾ ਮਾਲਕ ਹੈ, ਉਹਦੀ ਹਸਤੀ ਇਤਨੀ ਵੱਡੀ ਹੈ ਕਿ ਭਾਈ ਮਨੁੱਖਾ ਉਹ ਤੇਰੇ ਹਿਰਦੇ ਦੀਆਂ ਵੀ ਜਾਣਦਾ, ਤੇਰੇ ਅੰਦਰ ਦੀਆਂ ਵੀ ਜਾਣਦਾ। ਤੇਰੇ ਅੰਦਰ ਉਹਨੂੰ ਲੈ ਕੇ ਕੀ ਵਿਚਾਰ ਹੈ, ਤੇਰੇ ਅੰਦਰ ਪਰਮੇਸ਼ਵਰ ਦੇ ਪ੍ਰਤੀ ਕਿਸ ਤਰ੍ਹਾਂ ਦੀ ਭਾਵਨਾ ਹੈ, ਤੇਰੇ ਹਿਰਦੇ ਦੇ ਅੰਦਰ ਪਰਮੇਸ਼ਵਰ ਨਾਲ ਕਿਤਨਾ ਪ੍ਰੇਮ, ਕਿਤਨਾ ਪਿਆਰ ਹੈ, ਉਹ ਪਰਮੇਸ਼ਵਰ ਇਸ ਬਾਤ ਨੂੰ ਵੀ ਸਮਝਦਾ ਹੈ, ਕਿਉਂਕਿ ਹਿਰਦੇ ਤੱਕ ਦੀਆਂ ਜਾਣਨ ਵਾਲਾ ਅੰਤਰਜਾਮੀ ਹੈ, ਜਿਹਨੂੰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਕਹਿ ਕੇ ਸੰਬੋਧਨ ਕੀਤਾ ਕਿ ਰੱਬ ਜੀ ਤੁਸੀਂ ਜੀਵਾਂ ਦੇ ਅੰਦਰ ਦੀਆਂ ਵੀ ਜਾਣਨ ਵਾਲੇ ਹੋ, ਹਰ ਇੱਕ ਜੀਵ ਦੇ ਹਿਰਦੇ ਦੀ ਸਮਝਦੇ ਹੋ। ਵੇਖੋ ਕਿੱਡਾ ਪਿਆਰਾ ਜ਼ਿਕਰ ਸਤਿਗੁਰੂ ਜੀ ਕਰਦੇ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਿਆ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਧਾਰ। ਉਹ ਹਰ ਇੱਕ ਜੀਵ ਦੇ ਅੰਦਰ ਦੀ ਬਾਤ ਸਮਝਦਾ ਹੈ,
ਉਹਨੇ ਹਰ ਇੱਕ ਜੀਵ ਦੇ ਅੰਦਰ ਦੀ ਅਰਜ਼ੋਈ ਨੂੰ ਸਮਝਿਆ। ਭਾਵੇਂ ਉਹ ਕੋਈ ਜੂਨ ਵਿੱਚ ਸੀ, ਪਰ ਉਹਨੇ ਹਰ ਇੱਕ ਜੂਨ ਦੀ ਬਾਤ, ਹਰ ਇੱਕ ਜੂਨ ਦੀ ਅਰਜ਼ੋਈ ਤੇ ਹਰ ਇੱਕ ਜੂਨ ਦੇ ਹਿਰਦੇ ਦੀ ਬਾਤ ਪਰਮੇਸ਼ਵਰ ਜਾਣਦਾ ਤੇ ਸਮਝਦਾ ਹੈ। ਕੋਈ ਜੀਵ ਜਾਨਵਰ ਰੂਪ ਵਜੋਂ ਹੋਵੇ, ਪੰਛੀ ਰੂਪ ਵਜੋਂ ਹੋਵੇ, ਪਰਮੇਸ਼ਵਰ ਅੱਗੇ ਪੁਕਾਰ ਕਰਦਾ, ਰੱਬ ਉਹਦੀ ਅਰਜ਼ੋਈ ਸੁਣਦਾ। ਇੱਕ ਮਨੁੱਖ ਕਿਤੇ ਰੱਬ ਅੱਗੇ ਪੁਕਾਰ ਕਰਦਾ, ਰੱਬ ਮਨੁੱਖ ਦੀ ਅਰਜ਼ੋਈ ਵੀ ਸੁਣਦਾ। ਹਰ ਪ੍ਰਕਾਰ ਦੇ ਨਾਲ ਜਿਹੜਾ ਜੀਵ ਸੰਸਾਰ ਉੱਤੇ ਮੌਜੂਦ ਹੈ, ਰੱਬ ਉਹਦੇ ਹਿਰਦੇ ਦੀਆਂ ਜਾਣਨ ਵਾਲਾ, ਅੰਦਰ ਦੀਆਂ ਜਾਣਨ ਵਾਲਾ, ਹਰ ਇੱਕ ਬਾਤ, ਹਰ ਇੱਕ ਵਾਰਤਾ ਨੂੰ ਜਾਣਨ ਵਾਲਾ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਉਹਦੇ ਵਰਗਾ ਗਿਆਤਾ ਕੋਈ ਵੀ ਨਹੀਂ। ਉਹ ਪਰਮੇਸ਼ਵਰ ਹਿਰਦੇ ਤੱਕ ਦੀਆਂ ਜਾਣਨ ਵਾਲਾ ਹੈ। ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ। ਫਿਰ ਆਖਿਆ ਸਰਬੰ ਹਰਤਾ, ਸਰਬੰ ਹੰਤਾ ਤੇ ਸਰਬੰ ਹਰਤਾ। ਹੰਤਾ ਤੋਂ ਭਾਵ ਹਰ ਲੈਣ ਵਾਲਾ, ਹਰਤਾ ਮਰਨ ਵਾਲਾ, ਹਰ ਲੈਣ ਵਾਲਾ, ਨਾਸ਼ ਕਰਨ ਵਾਲਾ। ਰੱਬ ਜੀ ਤੂੰ ਸਾਰੇ ਜੀਵਾਂ ਦਾ ਹੀ ਨਾਸ਼ ਕਰਨ ਵਾਲਾ ਹੈ। ਕੋਈ ਵੀ ਸ਼ਖਸ, ਜੀਵ ਜਿਤਨੀ ਮਰਜ਼ੀ ਸਮਰੱਥਾ ਰੱਖਦਾ ਹੋਵੇ, ਇੱਕ ਨਾ ਇੱਕ ਦਿਨ ਐਸਾ ਆਉਂਦਾ ਹੈ ਜਿਸ ਦਿਨ ਰੱਬ ਜੀ ਉਹ ਵੀ ਚਲੇ ਜਾਂਦਾ ਹੈ। ਇੱਕ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਆਪ ਜੀ ਦੀਆਂ ਰਚਨਾਵਾਂ ਤੇ ਰਹਿੰਦਾ ਹੈ ਕਿ ਇਨਸਾਨ ਜਦੋਂ ਧਰਤੀ ਦੇ ਉੱਤੇ ਆਇਆ ਨਾ, ਤੇ ਇਹਦੀ ਧਰਤੀ ਦੇ ਉੱਤੇ ਆਉਣ ਤੋਂ ਪਹਿਲਾਂ ਇਹਨੇ ਧਰਤੀ ਤੋਂ ਜਾਣ ਦਾ ਆਪਣਾ ਸਮਾਂ ਮੁਕਰਰ ਕਰਵਾਇਆ। ਆਉਣ ਤੋਂ ਪਹਿਲਾਂ ਜਾਣ ਦਾ ਸਮਾਂ ਮੁਕਰਰ ਕੀਤਾ। ਜਿਵੇਂ ਆਪਾਂ ਜੇ ਸਮਝਣਾ ਹੋਵੇ ਤੇ ਕੋਈ ਇਨਸਾਨ ਟਰੈਵਲ ਕਰਕੇ ਦੂਜੀ ਥਾਂ ਤੇ ਜਾਣਾ ਚਾਹੁੰਦਾ ਹੈ, ਜਦੋਂ ਉਹ ਰਿਜ਼ਰਵੇਸ਼ਨ ਕਰਵਾ ਕੇ ਜਾਂਦਾ ਹੈ ਤੇ ਉਹ ਰਿਜ਼ਰਵੇਸ਼ਨ ਕਰਵਾਉਂਦਾ ਹੋਇਆ ਨਾਲ ਖਿਆਲ ਰੱਖਦਾ ਵਾਪਸੀ ਦੀ ਟਿਕਟ ਵੀ ਨਾਲ ਰਿਜ਼ਰਵ ਕਰਵਾਉਂਦਾ ਹੈ ਕਿ ਮੈਂ ਇੰਨੇ ਦਿਨਾਂ ਨੂੰ ਵਾਪਸ ਆਉਣਾ। ਅਜੇ ਗਿਆ ਨਹੀਂ, ਜਾਣ ਤੋਂ ਪਹਿਲਾਂ ਵਾਪਸੀ ਦੀ ਟਿਕਟ ਰਿਜ਼ਰਵ ਕਰਵਾਈ ਹੈ ਵੀ ਮੈਂ ਵਾਪਸ ਆਉਣਾ। ਬਸ ਇਹੀ ਹਾਲਤ ਹੈ। ਅਜੇ ਸੰਸਾਰ ਤੇ ਆਇਆ ਨਹੀਂ, ਅਜੇ ਸੰਸਾਰ ਤੇ ਜਨਮ ਨਹੀਂ ਲਿਆ। ਸੰਸਾਰ ਉੱਤੇ ਜਨਮ ਲੈਣ ਤੋਂ ਪਹਿਲਾਂ ਵਾਪਸੀ ਦਾ ਕਨਫਰਮ ਕੀਤਾ ਵੀ ਮੈਂ ਇੰਨਾ ਕੁ ਸਮਾਂ ਸੰਸਾਰ ਤੇ ਰਹਿਣਾ ਤੇ ਆ ਮੇਰੀ ਵਾਪਸੀ ਹੈ। ਆਪਾਂ ਤਾਂ ਹੀ ਤੇ ਜਦੋਂ ਜੀਵ ਸੰਸਾਰ ਤੋਂ ਜਾਂਦਾ ਹੈ, ਗੁਰੂ ਚਰਨਾਂ ਵਿੱਚ ਜਦੋਂ ਅਰਦਾਸ ਕਰਦੇ ਆ ਤੇ ਕੀ ਕਰਦੇ ਆ? ਰੱਬ ਜੀ, ਸਤਿਗੁਰੂ ਜੀ, ਤੁਹਾਡੇ ਦੁਆਰਾ ਬਖਸ਼ਿਸ਼ ਕੀਤੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਜੀਵ ਸੰਸਾਰ ਤੋਂ ਚਲਾਣਾ ਕਰ ਗਿਆ। ਮਤਲਬ ਉਹਨਾਂ ਨੂੰ ਜਿੰਨੀ ਕੁ ਪੂੰਜੀ ਦੇ ਕੇ ਤੁਸੀਂ ਸਵਾਸਾਂ ਦੀ ਭੇਜਿਆ ਸੀ ਨਾ, ਜਿਤਨੇ ਕੁ ਸਾਹ ਤੁਸੀਂ ਦੇ ਕੇ ਭੇਜੇ ਸਨ, ਉਹਨਾਂ ਨੇ ਉਹ ਸਾਹ ਲੈ ਲਏ, ਉਹ ਸਾਰੇ ਸਵਾਸ ਉਹਨਾਂ ਨੇ ਭੋਗ ਲਏ। ਉਹ ਸਵਾਸ ਭੋਗਣ ਤੋਂ ਬਾਅਦ ਵਿੱਚ ਹੁਣ ਚਲਾਣਾ ਕਰ ਗਏ। ਤੇ ਰੱਬ ਜੀ, ਜਦੋਂ ਅਸੀਂ ਤੁਹਾਡੀ ਹਸਤੀ ਵੱਲ ਵੇਖੀਏ, ਤੁਹਾਡੀ ਤਾਕਤ ਵੱਲ ਤੇ ਤੁਹਾਡੀ ਸਮਰੱਥਾ ਵੱਲ ਵੇਖੀਏ, ਤੇ ਫਿਰ ਪਰਮੇਸ਼ਵਰ ਦੀ ਚੇਤੇ ਆਉਂਦਾ ਹੈ ਜੀਵ ਤੇ ਸਾਰੇ ਹੀ ਪੈਦਾ ਹੋਣ ਵਾਲੇ ਨੇ। ਕੋਈ ਕਿਸੇ ਤਰੀਕੇ ਪੈਦਾ ਹੋ ਰਿਹਾ, ਕੋਈ ਕਿਸੇ ਢੰਗ ਦੇ ਨਾਲ, ਪਰ ਇਹਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਅਕਾਲ ਪੁਰਖ ਪਰਮੇਸ਼ਵਰ ਜੀ ਤੁਸੀਂ ਇਹਨਾਂ ਦੇ ਮਰਨ ਦੀ ਤਰੀਕ ਜਿਹੜੀ ਉਹਨੂੰ ਮੁਕਰਰ ਕੀਤਾ, ਮਰਨ ਦਾ ਕਾਰਨ ਮੁਕਰਰ ਕੀਤਾ। ਮਰਨਾ ਕਿਸ ਢੰਗ ਨਾਲ, ਕਿਸ ਜਗ੍ਹਾ ਦੇ ਉੱਤੇ, ਕਿਸ ਵਕਤ ਮਰਨਾ ਹੈ, ਸਤਿਗੁਰੂ ਇਹ ਸਾਰਾ ਕੁਝ ਉਸ ਪਰਮੇਸ਼ਵਰ ਦੇ ਵੱਲੋਂ ਪਹਿਲੋਂ ਮੁਕਰਰ ਕੀਤਾ। ਫਿਰ ਕਿਤੇ ਜਾ ਕੇ ਇੱਕ ਜੀਵ ਸੰਸਾਰ ਤੇ ਪੈਦਾਇਸ਼ ਲੈਂਦਾ ਹੈ, ਪੈਦਾ ਹੁੰਦਾ ਹੈ। ਤੇ ਮੇਰੇ ਸਾਹਿਬ ਜੀ ਅੱਜ ਆਖਦੇ ਸਰਬੰ ਹਰਤਾ, ਭਾਵੇਂ ਕੋਈ ਹੋਵੇ, ਪਰਮੇਸ਼ਵਰ ਜਦ ਚਾਹੇ ਜੀਵ ਨੂੰ ਹਰ ਸਕਦਾ। ਇਹ ਨਹੀਂ ਵੀ ਉਹ ਪਰਮੇਸ਼ਵਰ ਨੇ ਮਨੁੱਖ ਕੋਲੋਂ ਖੌਫ ਰੱਖ ਕੇ ਜਾਂ ਮਨੁੱਖ ਕੋਲੋਂ ਡਰ ਕੇ ਤੇ ਉਹ ਮਨੁੱਖ ਨੂੰ ਲੈ ਕੇ ਜਾਣ ਤੋਂ ਇਨਕਾਰੀ ਹੋ ਜਾਏ। ਜਿਸ ਵਕਤ ਚਾਹੇ ਉਹ ਜੀਵ ਨੂੰ ਹਰ ਸਕਦਾ। ਜੀਵ ਦੀ ਕੀ ਸਮਰੱਥਾ ਕਿ ਰੱਬ ਨੇ ਹੋਕਾ ਲਾਇਆ ਹੋਵੇ, ਰੱਬ ਨੇ ਆਵਾਜ਼ ਲਾਈ ਹੋਵੇ ਤੇ ਜੀਵ ਨਾ ਜਾਵੇ। हर फरमान दरगाह का आया चलो शताब दीवान बुलाया।
भाई दरगाह तो आया, जेहा चीरी लिखिया तेहा हुक्म कमाए, कले आवे नानका सदे उठी जाहे। जदों उस परमेश्वर दा घर घर एहो पाहुचा सदड़े नित पवन, ते साडा फर्ज की बनदा, सदनहारा सिमरिए नानक से देह आवन। सदड़े नित पै रहे ने। पहुंचा ते सारियां दे घर च पहुंच गया ना। पहुंचा तो भाव चिट्ठी, साहे चिट्ठी, ते जिस घर विच साहे चिट्ठी पहुंच जाए ते उस घर विच सुभाविक जी बात है हुण उत्थों जंज आएगी आएगी। साहे चिट्ठी पहुंच गई है, अगलियां ने दस दिता है कि भाई जिंद वोटी मरन वर लै जासी परनाए। तेनू लै जाना अगलियां ने, आउणा अगले लैके जाणगे। ते मालिक जी ने धन गुरु नानक साहब कहंदे घर घर एहो पहुंचा, कल्ले कल्ले घर विच ये चिट्ठी पहुंची हुई है, पत्तर पहुंचिया होया। ये नहीं भी पहुंचेगा, पहुंचिया होया है। जन्म लैण तो पहला ये पत्तर पहुंच गया, भाई आ समा असीं इस समय तुहानू लैण वास्ते आउणा। सदड़े ने तपवन, किन्नियां नू पै रहे रोज सदे। अपनियां अखां नाल वेखदियां वेखदियां केते चल गए, कोई गिणती नहीं। अखां नाल वेखदियां वेखदियां बाबा फरीद जी ने एवें नहीं कह दिता कित्थे टेंडे मापिया, जिन्नी तू जने होगे तैं पासों ये लद गए, तू अजे ना पतीने होई। किन्ने चले गए तेरे सामने, किन्ने साक संबंधी रिश्तेदार किन्ने गए ने। वेखदियां वेखदियां उन्हां नूं हरन वाला कौन है? एक ही है, जिहड़ा सर्वं हरता, जिहड़ा सब नूं हर लैण वाला। साहिब जी आखदे वो इन्नी समर्था दा मालिक है कि जिस वक्त चाहे वो जीव दे प्राण कढ सकदा, जिस वक्त चाहे वो जीव नूं जिंद दे सकदा है, ते जिस वक्त चाहे वो जीव कोलों जिंद लै भी सकदा है। जिन्हों सतगुरु परमेश्वर जी ने प्रभ भावै बिन सास ते राखे, प्रभ भावै तां हर गुण भाखै। वो प्रभु परमेश्वर दे भाउण उत्ते है, वो रब जिवें चाहे जीव नूं उसे तरह रख सकदा है। ते जीव रहिंदा किवें है? जिवें परमेश्वर रखदा है। मेरे मालिक गुरु कलगीधर साहब ने अज जिक्र किया, कहंदे सर्वं हरता, वो सारियां नूं हर लैण वाला। फिर सर्वं करता, वो करता है, करन वाला है। जिथे वो हरन वाला है उथे करन वाला भी है, जिथे वो हरन वाला है उथे पैदा करन वाला भी है, जिथे वो नाश करन वाला है उथे पैदाइश देण वाला भी है। पैदाइश देण वाला कोई दूजा नहीं, पैदा करन वाला कोई दूजा नहीं। जीवां दी पैदाइश भी उही कर रहे है। जीवां नूं जिंदगी जीवन वो परमेश्वर आप दे रहा है। जदों जीव नूं वो पैदा करदा है उदों जीव पैदा हो जाता है, जदों जीव नूं वो जन्म दिंदा है उदों जीव जन्म लै लैंदा है। संसार उत्ते जीव उदों ही अपनी पहली किलकारी मारदा है जदों परमेश्वर उन्हों इन्नी समर्था दे दिंदा है, वो तो बिना नहीं। नहीं तो किन्ने ने जिन्हों सतगुरु अर्जन देव पातशाह ने ना अपने पावन बचना दे राही प्रगट करदे आख्या, कई जन्म गर्भ हिर खरिया, कोई अंदाजा नहीं। उन्हें किलकारी भी नहीं लैण दित्ती, उन्हें संसार वेखण ही नहीं दिता। गर्भ हिर खरिया, गर्भ विच ही मरदा रहा। किन्ना किन्ने किन्ने जन्म मरिया होएगा कोई पता नहीं। सर्वं करता, वो करन वाला है, हर एक चीज करन वाला। सतगुरु जी ने आख्या करता है वो, ते करता कुछ भी कर सकता है। जिन्हों गुरु अर्जन साहब आखदे करन करावन करना जोग, जो तिस भावै सोई हो। करन करावन हार स्वामी, खेलै बिगसै अंतरजामी। वो आप करन वाला है ते कर रहा। करता बड़ा वड्डा है, वो हर एक चीज नूं करन वाला। जीवां नूं बना भी रहा, जानवर भी बना रहा, पंछी भी बना रहा है, पेड़ पौधे भी बना रहा। करता है, उहदे वर्गा करता कौन है?
जे आपां अपनी काया दी बनतर वेखांगे ना, अपनी काया दी बनतर, ते आ उपरला चम ते सानू बड़ा सिंपल जिहा नज़र आउंदा, सीधा जिहा नज़र आउंदा है, उपरली चमड़ी। पर जदों इस चमड़ी दे अंदरली बनतर वेखदे हां ते उदों ओ बनतर वेखण तो बाद विच सिवाए हैरानगी तो, विस्माद तो साडे कोल कुਝ नहीं रह जांदा। रब जी तुसीं साडे शरीर दे अंदर 72,000 नाड़ियां रखियां ने। हुण इस काया च 72,000 कित्थों लिआंदियां, किवें रखियां ते किवें टका के रखियां होणगीਆਂ। काया दे अंदर 206 हड्डियां विग्यान मनदा है, परमेश्वर ने किवें रखियां ने। और एक एक हड्डी दा ज्वाइंट उन्हें किस ढंग नाल लाया, ज्वाइंट उन्हें किस ढंग नाल इन्हां नूं कीता है, ते ओ किन्ने सोहणे जोड़ लाए, हर एक जोड़ वर्क कर रहा। उत्ते मनुख की फ्लैक्सीबिलिटी दे उत्ते है ना, कि मनुख ने अपनी बॉडी नूं किन्ना क फ्लैक्सीबल बनाया। ज्वाइंट हर एक मुड़ रहा है। किते इंसान कोई चीज़ जोड़े हाँ, उत्थे ही फिक्स हो जाती, वो मुड़दी नहीं किसी पासे। तो जे कोई मोड़न लगे पहलों ही अलर्ट कर दिंदा, भाई मोड़ी ना, टुट जानी। रब ने की अलर्ट करके भेजा ही, बांह मोड़ी ना, टुट जानी। मनुख की बनाई हुई बांह मनुख जदों लाउंदा है, मनुख ला के अलर्ट कर दिंदा, सज्जणा एक काम नहीं कर सकती, मैं तेनू ला जरूर दिना, एक कमी पूरी कर देगी भी तेरे कोल बांह है, तेनू यह अंदाजा नहीं होण देगी भी तेरे कोल बांह नहीं। पर जिहड़ा काम रब दी दित्ती करदी सी, वो कर नहीं सकती। रब दा बनाया होया एक ढांचा है। बापा जे बांह की गल करते हैं तो हुण अपने बल के उत्ते निर्भर करता ही, जिन्ना मर्जी जोर ला लईए। जिन्नी क असीं अपनी पावर नूं वधा लांगे, जिन्ना क ज़्यादा असीं अपनी ताकत नूं वधा लांगे, उस हिसाब नाल असीं जोर भार वजन चुक सकते हैं। ते जदों इस बांह नूं कोई किसी तरह का इफैक्ट पै जाए या किते टुट जाए, ते इनू इंसान वल्लों जोड़िया जाए, ते इंसान उदों ही दावा करके कह दिंदा, सज्जणा अज तो बाद इहदे नाल वजन नहीं तू चुक सकता, बहुता वजन ना चुकी। रब की कुछ कर रहा, उहदे वर्गा करता कौन है? उन्हें साडी आकार दी, साडे शरीर दा आकार वेखो कैसा बनाया, अंदरली बनतर वेखो कैसी बनाई है। भोजन दी नाड़ी उन्हें वखरी बनाई, हर एक तरीके दे नाल। एक पासियों जिवें असीं आपां वेखदे हां, साडे घरां दे अंदर पानी दी वाटर दी सप्लाई है, एक पाइप है जिहड़ा टैंकी विच पानी लैके जा रहा, एक पाइप है जिहड़ा उहदे विचों फिर वापसी दोबारा लैके आ रहा है। पर उन्हां दे विचों सानू डर है कि एक भी टुट गया तो मिक्सअप हो जाना सारा कुछ ही। ते आ रब दा बनाया होया ढांचा वेखो कैसा है, किस तरीके नाल सप्लाई जा रही है, किस तरीके दे नाल फिर असीं अपनी बॉडी तक साडे ऊर्जा एनर्जी पहुंच रही है, किस ढंग दे नाल फिर जिहड़ा वो सारे दे सारे शरीर दे अंदर, कायां दे अंदर लहू जिहड़ा वो पहुंच रहा है, किवें फिर वो लहू सारे पासे पंप हुंदा पिया है, वो सारी साडी बॉडी नूं किवें चला रहा है, बॉडी किवें चल रही है। कदे इस बनतर नूं वेखो सही कि परमेश्वर जी असीं तेरे इस किरत नूं वेखीए, निहारीए, ते साडे कोल सिवाए साडी हैरानगी तो होर कुछ नहीं रह जांदा कि तू बनाया किस ढंग नाल है जी। सर्वं करता, रब जी सब कुछ करन वाले ने। सर्वं प्राणं, सारियां दी जिंद जानने वो परमेश्वर जी, सारियां दे प्राण स्वरूप होके बैठे हुए ने। रब जी कली काया नहीं तू बनाउंदा, इस काया दे ढांचे विच तू प्राण भी पाउना। आपां पढ़िया सतगुरु जी की पावन बाणी का बचन, जल की पीत पवन का थंबा, रकत बूंद का गारा, हाड़ मास नारी को पिंजर। इन्ना पिंजर ते इंसान भी बनाई बैठे ने। अज एक पिंजर इंसान भी तैयार करके बैठा है, बॉडी तो बॉडी इंसान तैयार करके बैठा है, एक ढांचा इंसान ने भी तैयार करता। हुण उस ढांचे विच इंसान ने ब्लड भी पाता, अपनी ताकत नाल वो ब्लड भी पा दिंदा है। पर वो ब्लड ने जिवें पंप होना ना, इंसान कोल समर्था नहीं भी उस ब्लड नूं हुण पंप कर सके।
ਤੇ ਇਨਸਾਨ ਕੋਲ ਇੰਨੀ ਸਮਰੱਥਾ ਨਹੀਂ ਵੀ ਜਿਹੜਾ ਬਲੱਡ ਇਹਨੇ ਬਾਡੀ ਵਿੱਚ ਪਾ ਦਿੱਤਾ ਹੈ ਉਹ ਆਪੇ ਸਾਫ਼ ਹੋਵੇ। ਨਹੀਂ, ਉਹ ਪਾਇਆ ਹੋਇਆ ਬਲੱਡ ਕੁਝ ਸਮੇਂ ਬਾਅਦ ਬਦਲਣਾ ਪਏਗਾ। ਤੇ ਰੱਬ ਦਾ ਬਣਾਇਆ ਸਰੀਰ ਵੇਖੋ, ਇਹਦੇ ਵਿੱਚ ਬਲੱਡ ਨਿਤਾ ਪ੍ਰਤੀ ਚੱਲ ਵੀ ਰਿਹਾ ਤੇ ਸਾਫ਼ ਵੀ ਹੋ ਰਿਹਾ। ਕਦੇ ਸਫਾਈ ਕਰਾਈ ਬਲੱਡ ਦੀ ਅਸੀਂ ਕਢਾ ਕੇ ਵੀ ਮੈਂ ਅੱਜ ਬਲੱਡ ਚੇਂਜ ਕਰਾਉਣ ਚੱਲਿਆ ਜੀ, ਬਲੱਡ ਸਾਡਾ ਗੰਦਾ ਹੋ ਗਿਆ। ਕਿੱਡੀ ਸੋਹਣੀ ਬਣਤਰ ਉਹ ਬਣਾ ਰਿਹਾ। ਹੁਣ ਇੱਕ ਇਨਸਾਨ ਦਾ ਆਕਾਰ ਤੇ ਇਨਸਾਨ ਵੱਲੋਂ ਬਣਾਤਾ ਗਿਆ, ਇੱਕ ਢਾਂਚਾ ਇਨਸਾਨ ਦਾ ਤਿਆਰ ਕਰਤਾ, ਆਕਾਰ ਤਿਆਰ ਕਰਤਾ। ਰੱਬ ਨੇ ਵੀ ਆਕਾਰ ਤਿਆਰ ਕੀਤਾ, ਪਰ ਉਹਨੇ ਆਕਾਰ ਤਿਆਰ ਕਰਨ ਤੋਂ ਬਾਅਦ ਵਿੱਚ ਜਿੱਥੇ ਹਾਡ ਮਾਸ ਨਾਰੀ ਕੋ ਪਿੰਜਰ, ਉੱਥੇ ਨਾਲ ਪੰਖੀ ਵਸੈ ਵਿਚਾਰਾ। ਉਹ ਜਿਹੜਾ ਪੰਖੀ ਹੈ ਨਾ, ਸਵਾਸ ਰੂਪੀ ਜਾਂ ਕਹਿ ਲਈਏ ਰੱਬੀ ਜੋਤ ਕਹਿ ਲਈਏ, ਜਾਂ ਰੱਬ ਪ੍ਰਾਣ ਸਵਰੂਪ ਹੋ ਕੇ ਸਾਡੀ ਕਾਇਆ ਵਿੱਚ ਬੈਠੇ ਨੇ, ਤੇ ਉਹੀ ਪ੍ਰਾਣ ਸਵਰੂਪ ਹੈ ਜਿਹੜਾ ਸਾਡੇ ਆਕਾਰ ਨੂੰ, ਸਾਡੀ ਬਾਡੀ ਨੂੰ ਚਲਾ ਰਿਹਾ ਹੈ। ਕੋਈ ਦੂਜੀ ਤਾਕਤ ਨਹੀਂ ਹੈ ਜਿਹੜੀ ਚਲਾ ਸਕਦੀ ਹੋਵੇ। ਆਪਾਂ ਇਨਸਾਨ ਆ, ਅੱਜ ਸਾਡੇ ਸਵਾਸ ਚੱਲ ਰਹੇ ਨੇ, ਅਸੀਂ ਜਿਸ ਪਾਸੇ ਮਰਜ਼ੀ ਤੁਰੇ ਫਿਰੀਏ, ਸਾਹ ਚਲੇ ਜਾਣ, ਰੱਬ ਪ੍ਰਾਣ ਖਿੱਚ ਲਏ, ਸਾਹ ਨਿਕਲ ਜਾਣ ਬਾਡੀ ਵਿੱਚੋਂ। ਅੱਜ ਜਿੱਥੇ ਮਰਜ਼ੀ ਤੁਰੇ ਫਿਰਦੇ ਆ, ਜਿਸ ਪਾਸੇ ਮਰਜ਼ੀ ਦੁਨੀਆ ਦੇ ਕਿਸੇ ਕੋਨੇ 'ਚ ਚਲੇ ਜਾਈਏ, ਪ੍ਰਾਣ ਨਿਕਲ ਗਏ, ਘਰ ਦੀ ਦਹਲੀਜ਼ ਨਹੀਂ ਟੱਪ ਸਕਦੇ। ਦੁਨੀਆ ਦੇ ਕੋਨੇ ਵਿੱਚ ਜਾਣਾ ਤੇ ਬੜੀ ਦੂਰ ਦੀ ਗੱਲ, ਦਹਲੀਜ਼ ਟੱਪਣੀ ਬੜੀ ਦੂਰ ਦੀ ਗੱਲ ਹੈ। ਬੈੱਡ ਤੇ ਬੈਠੇ ਆ, ਬੈੱਡ ਤੋਂ ਥੱਲੇ ਨਹੀਂ ਉਤਰ ਸਕਦੇ, ਲੋਕ ਚੁੱਕ ਕੇ ਲਾਉਣਗੇ ਵੀ ਅੱਜ ਉੱਠਣ ਜੋਗਾ ਨਹੀਂ। ਕਿੱਥੇ ਇਨਸਾਨ ਆਪਣੀ ਬਾਡੀ ਨੂੰ ਧੋਣ ਵਾਸਤੇ ਕਿੰਨੀ ਤਰ੍ਹਾਂ ਦੀਆਂ ਚੀਜ਼ਾਂ ਪ੍ਰੋਡਕਟ ਯੂਜ਼ ਕਰਦਾ ਹੈ, ਤੇ ਕਿੱਥੇ ਅੱਜ ਨਹਾਉਣ ਦੇ ਸਮਰੱਥ ਵੀ ਨਹੀਂ ਰਿਹਾ, ਨਵਾਇਆ ਵੀ ਰਿਸ਼ਤੇਦਾਰਾਂ ਨੇ ਫੜ ਕੇ। ਕਿੱਥੇ ਗਈ ਸਮਰੱਥਾ? ਅੱਜ ਇਨਸਾਨ ਨਹਾਉਣ ਲੱਗਿਆ ਕਿੰਨਾ ਆਪਣੀ ਮਰਜ਼ੀ ਦੇ ਨਾਲ ਨਹਾਉਂਦਾ ਹੈ, ਇਸ਼ਨਾਨ ਆਪਣੀ ਮਰਜ਼ੀ ਨਾਲ ਕਰਦਾ ਹੈ। ਇਸ਼ਨਾਨ ਕਰਦਿਆਂ ਹੋਇਆਂ ਕਿੰਨਾ ਸਮਾਂ ਲਾਉਣਾ ਆਪਣੀ ਮਰਜ਼ੀ ਉੱਤੇ ਇਹਦੇ ਨਿਰਭਰ ਕਰਦਾ ਹੈ। ਕਿਸ ਢੰਗ ਨਾਲ ਇਸ਼ਨਾਨ ਕਰਨਾ ਇਹਦੀ ਮਰਜ਼ੀ ਤੇ ਡਿਪੈਂਡ ਕਰਦਾ ਹੈ। ਤੇ ਜਿੱਦਣ ਇਹਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਨੇ, ਉਦਣ ਇਸ਼ਨਾਨ ਉਵੇਂ ਹੀ ਕਰਨਾ ਪੈਂਦਾ ਜਿਵੇਂ ਦੁਨੀਆ ਕਰਵਾਉਂਦੀ ਹੈ। ਸਮਰੱਥਾ ਇਹਦੇ ਕੋਲ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਸਰਬੰ ਪ੍ਰਾਣੰ, ਰੱਬ ਜੀ ਤੁਸੀਂ ਸਾਰਿਆਂ ਦੀ ਜਿੰਦ ਜਾਣੋ, ਸਾਰਿਆਂ ਦੇ ਪ੍ਰਾਣ ਸਰੂਪ ਹੋ। ਫਿਰ ਸਰਬੰ ਪ੍ਰਾਣੰ, ਰੱਬ ਜੀ ਕੱਲੀ ਜਿੰਦ ਸਰੂਪ ਨਹੀਂ, ਪ੍ਰਾਣ ਸਰੂਪ ਨਹੀਂ, ਸਾਰਿਆਂ ਦਾ ਬਲ ਵੀ ਤੁਸੀਂ ਹੋ। ਜੀਵ ਕੋਲ ਆਪਣੀ ਤਾਕਤ ਨਹੀਂ। ਬਾਬਾ ਕਬੀਰ ਜੀ ਨੇ ਐਵੇਂ ਨਹੀਂ ਪਰਮੇਸ਼ਵਰ ਦੀ ਹਸਤੀ ਨੂੰ ਵੇਖ ਕੇ ਕਹਿ ਦਿੱਤਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਰੱਬ ਜੀ ਮੈਂ ਵੇਖਾਂ ਕੀ? ਅੱਜ ਮੈਂ ਅੱਖਾਂ ਨਾਲ ਵੇਖ ਰਿਹਾ ਕਿਉਂਕਿ ਰੱਬਾ ਤੂੰ ਅੱਖਾਂ ਦਿੱਤੀਆਂ ਨੇ ਮੇਰੇ ਕੋਲੋਂ, ਅੱਜ ਅੱਖਾਂ ਵਾਪਸ ਲੈ ਲਾ। ਮੇਰੀ ਕੀ ਮਜਾਲ ਹੈ ਕਿ ਮੈਂ ਕੁਝ ਵੇਖ ਸਕਦਾ? ਅੱਜ ਮੇਰੀਆਂ ਅੱਖਾਂ ਨੂੰ ਤੂੰ ਜੋਤ ਦਿੱਤੀ ਹੈ, ਅੱਖਾਂ ਦਾ ਢਾਂਚਾ ਭਾਵੇਂ ਇਦਾਂ ਹੀ ਬਣਿਆ ਰਵੇ, ਰੱਬ ਜੀ ਤੂੰ ਅੱਜ ਪਿੱਛੋਂ ਜੋਤ ਬੁਝਾ ਦੇ। ਮੇਰੇ ਕੋਲ ਕੀ ਸਮਰੱਥਾ ਮੈਂ ਅੱਖਾਂ ਨਾਲ ਵੇਖ ਲਾਂ? ਤੂੰ ਜ਼ੁਬਾਨ ਦਿੱਤੀ ਹੈ, ਜ਼ੁਬਾਨ ਬੋਲ ਰਹੀ ਹੈ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਰੱਬ ਜੀ ਇਹ ਸਾਰੀ ਸਮਰੱਥਾ ਤੁਸੀਂ ਦਿੱਤੀ ਹੈ। ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ, ਜੇਬਾ ਦਿੱਤੀ, ਇਹ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਨੇ। ਜ਼ੁਬਾਨ ਨੂੰ ਤੁਸੀਂ ਤਾਕਤ ਬੋਲਣ ਦੀ ਦਿੱਤੀ ਹੈ। ਜਿਨ ਜਿਹਬਾ ਦਿੱਤੀ ਬੋਲੇ ਤਾਤ, ਇਹ ਬਹੁਤ ਬੋਲ ਰਹੀ ਹੈ। ਰੱਬ ਜੀ ਅੱਜ ਜ਼ੁਬਾਨ ਕੋਲੋਂ ਬੋਲਣ ਦੀ ਤਾਕਤ ਖੋਲਾ। ਮੇਰੀ ਕੀ ਮਜਾਲ ਮੈਂ ਇੱਕ ਸ਼ਬਦ ਵੀ ਬੋਲ ਸਕਦਾ ਹਾਂ। ਇਹ ਬਾਤ ਛੱਡੋ, ਜ਼ੁਬਾਨ ਤੋਂ ਤਾਕਤ ਖੋਹ ਲੈਣਾ ਵੱਖਰੀ ਬਾਤ ਹੈ। ਕਦੇ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਅਨੁਭਵ ਕਰਕੇ ਰੱਖਿਓ। ਕਈ ਵਾਰੀ ਨਾ ਅਸੀਂ ਕੁਝ ਬੋਲਣਾ ਚਾਹੁੰਦੇ ਹਾਂ, ਸ਼ਬਦ ਸਾਡੇ ਮਾਈਂਡ 'ਚ ਘੁੰਮ ਰਿਹਾ ਕਿ ਮੈਂ ਬੋਲਣਾ ਕੀ ਹੈ, ਜ਼ੁਬਾਨ ਦੀ ਸਮਰੱਥਾ ਨਹੀਂ ਪੈਂਦੀ ਵੀ ਬਾਹਰ ਨਿਕਲੇ ਉੱਥੋਂ। ਤੇ ਉਦੋਂ ਇਨਸਾਨ ਕੀ ਕਹਿੰਦਾ? ਮੈਨੂੰ ਚੇਤਾ ਆਵੇਗਾ ਮੈਂ ਜ਼ਰੂਰ ਦੱਸਾਂਗਾ, ਮੇਰੇ ਦਿਮਾਗ ਵਿੱਚ ਉਹ ਸ਼ਬਦ ਘੁੰਮ ਰਿਹਾ, ਬਸ ਮੈਨੂੰ ਬੋਲਣਾ ਨਹੀਂ ਆ ਰਿਹਾ। ਕਿਉਂ ਨਹੀਂ ਬੋਲਣਾ ਆ ਰਿਹਾ? ਅਜੇ ਰੱਬ ਨਹੀਂ ਚਾਹੁੰਦਾ ਵੀ ਸੱਜਣਾ ਤੇਰੀ ਜ਼ੁਬਾਨ ਤੋਂ ਸ਼ਬਦ ਨਿਕਲੇ। ਨਹੀਂ ਤੇ ਜਿਹੜੀ ਚੀਜ਼ ਇਨਸਾਨ ਕਈ ਵਾਰੀ ਪਹਿਲਾਂ ਬੋਲ ਚੁੱਕਿਆ, ਉਹੀ ਚੀਜ਼ ਬੋਲਣ ਲੱਗੇ ਅੱਜ ਅਸਮਰੱਥ ਹੋ ਕੇ ਬੈਠਾ।
क्यों? रब ने कंन दिते, कंन हुण वड्डिया जाए तो बात वखरी है। ਕੰਨ खड़े ने, उसे तरह ढांचा खड़ोता है ਕੰਨਾਂ ਦਾ। बंद करते हाँ उस आवाज़ पिछों, वॉल्यूम अज बंद कर दे कि ਕੰਨਾਂ तक आवाज़ पहुँच जाएगी, किसी दी नहीं पहुँची। अज ये इंसान की सुनन शक्ति ऐसी है कि जे दो मनुख बह के आपस में बड़ी हौली जी आवाज़ च भी गल कर रहे ना, ये कंन दे के सुनदा पता लग जाता भी ये की कह रहे मेरे बारे, या की बोल रहे ने, कैसी विचार कर रहे। तो एक पासे फिर इनू वेखो हाँ किते समाज में उन्होंने लोगों को पुछ के जिन्होंने सुनन दे विच मुश्किल है, उन्होंने सुनाउण लग्गिया किन्नी उच्ची उच्ची बोल के सुनाउणा पैंदा, तो सुन नहीं सकते। वो तो फिर उच्ची आवाज़ सुन लेंदे ने। कुछ शख्स ऐसे भी ने जिन्होंने रब ने सुनने की शक्ति ही नहीं दी, वो सुन नहीं सकते। वो सुन नहीं सकते, उन्होंने समझाउणा पैंदा, इशारियां नाल बात समझाउणी पैंदी भी मैं तेनों आ कुछ कहना चाहुंदा। ते की बिगाड़ लिया रब दा? सर्वं त्राणं, परमेश्वर जी तुसी सारे जीवां दा बल हो, बल स्वरूप हो के जीवां दे अंदर तुसी शोभायमान हो। सर्वं कर्मं सर्वं धर्मं सर्वं युक्ता सर्वं मुक्ता। सर्वं कर्मं, सतगुरु जी की बाणी अंदर एक मालिक जी ने वचन वरत्या कि मनुख की जिहड़ी फितरत है ये है, हम किया हम करेंगे, हम मूर्ख गवार। और इहदे तो ना असीं मुनकर नहीं हो सकते। बंदा कोई भी काम करदा ते हिक थापड़ के कहंदा मैं कीता है, मेरे कोल समर्था सी ते मैं कर लिया। गुरु कलगीधर साहब ने इस भुलेखे नूं अज निवृत्त किया भी भाई जे तेरे मन च भुलेखा है ना भी तू कीता है ते कढ दे, भुलेखा कढ दे, विसार दे भुलेखा है। सर्वं कर्मं, और रब है जेड़ा आप तेरे विच बह के तेरे तो काम करवाउण वाला है, जेड़ा तेरे विच बह के पहलों प्राण स्वरूप होके बैठा, फिर उन्हें तेनू ताकत दी, प्राण स्वरूप होके तेरे अंदर बैठा, फिर तेनू समर्था मिली कि तू काम करें। ना वो प्राण स्वरूप होके बहिंदा ते मजाल सी तू हिल के विखाउंदा, ना वो ताकत स्वरूप होके बहिंदा, प्राण स्वरूप होके बह गया, प्राण चलदे ने। सज्जणा जो ताकत बन के ही ना बहिंदा तेरी की मजाल, तू कोई काम कर सकदा। वो प्राण स्वरूप होके बैठा, ताकत स्वरूप होके बैठा, फिर उदू बाद तू कर्म करन दे समर्थ बनिया। ते कर्म करवा कौन रहा है? वो भी परमेश्वर। रब ना चाहे तू लाहा जोर जिन्ना तेरे तो लगदा, काम सवार के विखा, कोई कारज करके विखा। सगों इस मनुख की समर्था नूं वेख के ते धन गुरु नानक साहब जी ने जिक्र करदे आख्या, होए आना करे कम आन ना सकै रास, जे एक अध चंगी करे दूजी पीवे रास। सज्जणा तेरे कोल आ ताकत है कि तू काम विगाड़न वाला है, सवरदा तेरे कोल कुछ नहीं। वो तो सवारन वाला आप सवारनहार बन के तेरे कारज सवारी जाता है, आप तेरे पड़दे कजी जाता है, ते तेरे पड़दे ढके हुए ने। वो अज तेरे पड़दे ढकने छड्ड दे ते तू सवार के विखा की सवारदा। सियाणे तो सियाणा मनुख मत्थे ते हथ मार मार रोंदा, अज तक मेरे तो कारज नहीं सी बिगड़िया। किवें बिगड़ गया? सूझबान तो सूझबान, चलाक तो चलाक मनुख कहंदा है मेरे जिन्नी चलाकी किसी कोल नहीं, मेरे जिन्नी सियाणप किसी कोल नहीं। जिद्दण वो मूर्खताई करदा है, कौन करवाउंदा ਉਹਦੇ कोल? बस उदन कह सकते हैं ना कि रब ने तेरी सियाणप ते पड़दा पाया, सज्जणा तू मूर्खताई वाले पासे उतर आया। रब ने तेरी सूझवानता ते ऐसा पड़दा पाया, तेनू समझ ही नहीं लगी भी तू सोचना की है। बस मूर्खताई वश हो के पता ही नहीं की कुछ कर गया। मूर्खताई वश ही करदा है ना। जेड़ा कर्म भैड़ा करेगा इंसान, मूर्खताई वश होके करेगा, ते वो भैड़ा कर्म उदण ही करदा जिदन रब चंगी मत दे उत्ते पड़दा पा दिंदा। बस जिदन पड़दा पिया उदण भैड़े राह ते तुर पिया।
ਤੇ ਇਨਸਾਨ ਕਿਵੇਂ ਕਹੇਗਾ ਕਿ ਕੰਮ ਮੈਂ ਕੀਤਾ ਹੈ। ਸਗੋਂ ਕਿਤੇ ਕਹਿਣਾ ਆ ਜਾਏ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ, ਕਿਤੇ ਰੱਬ ਅੱਗੇ ਹੱਥ ਜੋੜ ਕੇ ਕਹਿਣਾ ਆ ਜਾਏ ਰੱਬ ਜੀ ਨਾ ਅਸੀਂ ਕੀਤਾ ਨਾ ਕਰ ਸਕਦੇ ਹਾਂ, ਤੇ ਨਾ ਹੀ ਸਾਡੇ ਕੋਲ ਇੰਨੀ ਤਾਕਤ ਹੈ ਕਿ ਅਸੀਂ ਕੁਝ ਕਰ ਸਕਦੇ ਹੋਈਏ। ਇਹ ਤੇ ਤੂੰ ਆਪ ਹੀ ਹੈ ਜਿਹੜਾ ਵਿੱਚ ਵਰਤ ਕੇ ਤੇ ਆਪੇ ਕਰਵਾਈ ਜਾਣਾ, ਆਪ ਹੀ ਹੈ ਤੂੰ ਜਿਹੜਾ ਵਿੱਚ ਵਰਤ ਕੇ ਕਰਵਾਉਂਦਾ ਹੋਇਆ ਸਾਡੀ ਪੱਤ ਢਕੀ ਜਾਂਦਾ, ਇੱਜ਼ਤ ਰੱਖੀ ਜਾਂਦਾ। ਰੱਬ ਜੀ ਤੇਰੇ ਅੱਗੇ ਅਰਜ਼ੋਈ ਹੈ ਵੀ ਰਹਿੰਦੇ ਸਵਾਸਾਂ ਤੱਕ ਪੱਤ ਇਸੇ ਤਰ੍ਹਾਂ ਢੱਕ ਕੇ ਰੱਖੀ, ਇੱਜ਼ਤ ਸਾਡੀ ਬਣੀ ਰਵੇ। ਸਰਬੰ ਕਰਮੰ, ਰੱਬ ਜੀ ਤੁਸੀਂ ਸਾਰੇ ਜੀਵਾਂ ਵਿੱਚ ਬਹਿ ਕੇ ਸਾਰੇ ਕੰਮ ਤੂੰ ਆਪ ਹੀ ਕਰ ਰਹੇ ਆ, ਆਪੇ ਹੀ ਇਹਨਾਂ ਦੇ ਕਾਰਜ ਤੂੰ ਸਵਾਰਨ ਵਾਲਾ ਬਣ ਕੇ ਬੈਠਾ। ਫਿਰ ਸਰਬੰ ਧਰਮੰ, ਧਰਮ ਦਾ ਜਦੋਂ ਵੀ ਜ਼ਿਕਰ ਆਉਂਦਾ ਨਾ ਤੇ ਸਾਡੀ ਸੋਚ ਜਿਹੜੀ ਉਹ ਮਜ਼ਹਬ ਵਾਲੇ ਪਾਸੇ ਚਲੀ ਜਾਂਦੀ। ਪਰ ਧਰਮ ਦਾ ਅਰਥ ਹੈ ਕਾਨੂੰਨ, ਧਰਮ ਦਾ ਅਰਥ ਹੈ ਜ਼ਿੰਮੇਵਾਰੀ। ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਮਤਲਬ ਧਰਮ ਕਮਾਉਣਾ, ਤੇ ਸਾਡੀਆਂ ਜ਼ਿੰਮੇਵਾਰੀਆਂ ਰੱਬ ਵੱਲੋਂ ਲਾਈਆਂ ਹੋਈਆਂ ਨੇ। ਜਿਵੇਂ ਆਪਾਂ ਸੌਖੇ ਜਿਹੇ ਰੂਪ 'ਚ ਜੇ ਸਮਝਣਾ ਹੋਵੇ, ਇੱਕ ਮਾਂ ਦੀ ਜ਼ਿੰਮੇਵਾਰੀ ਹੈ ਕਿ ਉਹਨੇ ਮਮਤਾ ਦੇ ਵਸ ਹੋ ਕੇ ਆਪਣੇ ਬੱਚੇ ਦੀ ਪਰਵਰਿਸ਼ ਕਰਨੀ। ਇਹ ਰੱਬ ਵੱਲੋਂ ਜ਼ਿੰਮੇਵਾਰੀ ਹੈ ਜਿਹੜੀ ਮਾਂ ਨੂੰ ਦਿੱਤੀ ਹੈ। ਤੇ ਹੁਣ ਮਾਂ ਆਪਣੇ ਬੱਚੇ ਦੀ ਪਰਵਰਿਸ਼ ਕਰਨ ਤੋਂ ਹੋਵੇ ਮੁਨਕਰ ਵੀ ਮੈਂ ਨਹੀਂ ਜੀ ਪਾਲਣਾ ਬੱਚੇ ਨੂੰ, ਮੈਂ ਨਹੀਂ ਪਾਲਣਾ, ਮੈਂ ਨਹੀਂ ਇਹਦੀ ਸੰਭਾਲ ਕਰਨੀ, ਮੈਂ ਨਹੀਂ ਇਹਦੀ ਜਿੱਧਰ ਮਰਜ਼ੀ ਤੁਰਿਆ ਫਿਰੇ, ਤੇ ਉਹ ਮਾਂ ਕਵੇ ਜੀ ਮੈਂ ਧਰਮ ਕਮਾਉਣਾ ਚਾਹੁੰਦੀ ਆ, ਤੇ ਕੀ ਉਹਦਾ ਧਰਮ ਕਮਾਇਆ ਹੋਇਆ ਲੇਖੇ 'ਚ ਪਏਗਾ? ਸੇਵਾ ਉਹ ਕਰੇ ਆ ਕੇ ਧਰਮ ਅਸਥਾਨ ਉੱਤੇ, ਔਲਾਦ ਨੂੰ ਘਰੇ ਪੁੱਛੇ ਨਾ ਜਾ ਕੇ, ਤੇ ਕੀ ਉਸ ਮਾਂ ਦਾ ਧਰਮ ਜਿਹੜਾ ਉਹ ਕਮਾਇਆ ਜਾਂ ਸੇਵਾ ਕੀਤੀ ਲੇਖੇ ਪਏਗੀ? ਜਾਂ ਪਿਤਾ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਛੱਡ ਕੇ ਤੇ ਕਵੇ ਜੀ ਮੈਂ ਸੇਵਾ ਕਮਾਉਣੀ ਚਾਹੁੰਦਾ, ਤੇ ਕੀ ਉਹਦੀ ਜ਼ਿੰਮੇਵਾਰੀ? ਹੁਣ ਪਿਤਾ ਦਾ ਧਰਮ ਕੀ ਹੈ ਕਿ ਉਹਨੇ ਆਪ ਮਿਹਨਤ ਕਰਨੀ ਹੈ, ਮਸ਼ੱਕਤ ਕਰਨੀ ਹੈ, ਪੇਟ ਦੀ ਪੂਰਤੀ ਕਰਨੀ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਇੱਕ ਪਿਤਾ ਦੀ ਜ਼ਿੰਮੇਵਾਰੀ ਨਿਭਾਉਣੀ, ਆਪਣੇ ਬੱਚਿਆਂ ਦੀ ਸੰਭਾਲ ਪਰਵਰਿਸ਼ ਕਰਨੀ ਹੈ। ਉਹਨਾਂ ਦਾ ਜ਼ਰੀਆ ਰੱਬ ਨੇ ਬਣਾਇਆ, ਤੇ ਉਹ ਰੱਬ ਦਾ ਬਣਾਇਆ ਜ਼ਰੀਆ ਬਣ ਕੇ ਤੂੰ ਹੁਣ ਉਹਨਾਂ ਦੀ ਸੰਭਾਲ ਕਰਨੀ ਹੈ। ਪਿਤਾ ਦਾ ਧਰਮ ਹੈ। ਇੱਕ ਬੱਚੇ ਦਾ ਧਰਮ ਕੀ ਹੈ ਕਿ ਜਿਹੜੀ ਜ਼ਿੰਮੇਵਾਰੀ ਬੱਚੇ ਦੀ ਬਣੀ ਹੈ, ਜਿਹੜੀ ਜ਼ਿੰਮੇਵਾਰੀ ਬੱਚੇ ਦੀ ਲਾਈ ਗਈ ਹੈ, ਉਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਵੇ। ਆ ਧਰਮ ਹੈ। ਸਾਨੂੰ ਧਰਮ ਦੀ ਪਰਿਭਾਸ਼ਾ ਸਮਝਾਉਣ ਲੱਗਿਆ ਹੀ ਨਾ ਇਸ ਢੰਗ ਨਾਲ ਸਮਝਾਇਆ ਗਿਆ ਵੀ ਅਸੀਂ ਹਾਏ ਹਾਏ ਕਰਦੇ ਕੁਰਲਾਉਂਦੇ ਹੀ ਰਹਿ ਗਏ, ਪਰ ਸਾਨੂੰ ਧਰਮ ਕਮਾਉਣਾ ਨਹੀਂ ਆਇਆ ਵੀ ਹਾਏ ਧਰਮ ਕਮਾਉਣਾ ਕਿੱਦਾਂ। ਅਸੀਂ ਧਰਮ ਕਮਾ ਨਹੀਂ ਸਕੇ ਕਿਉਂਕਿ ਧਰਮ ਦੀ ਪਰਿਭਾਸ਼ਾ ਦੇਣ ਵਾਲਿਆਂ ਨੇ, ਧਰਮ ਦੀ ਡੈਫੀਨੇਸ਼ਨ ਦੇਣ ਵਾਲਿਆਂ ਦੇ, ਧਰਮ ਦੇ ਠੇਕੇਦਾਰਾਂ ਨੇ ਧਰਮ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ। ਠੀਕ ਹੈ, ਗਰੀਬਾਂ ਉੱਤੇ ਦਇਆ ਕਰਨੀ ਮੁਬਾਰਕਬਾਦ। ਇੱਕ ਪਾਸੇ ਉਹ ਵੀ ਤੇ ਵੇਖੋ ਨਾ, ਔਲਾਦ ਘਰੇ ਬੈਠੀ ਦੁੱਧ ਨੂੰ ਤਰਸ ਰਹੀ ਹੈ ਵੀ ਸਾਨੂੰ ਕਿਤੇ ਪੀਣ ਨੂੰ ਗਲਾਸ ਦੁੱਧ ਦਾ ਮਿਲ ਜਾਏ, ਤੇ ਅਸੀਂ ਬਾਲਟੀਆਂ ਲੈ ਕੇ ਡੋਲਣ ਤੁਰੇ ਜਾਈਏ, ਤੇ ਘਰੇ ਔਲਾਦ ਨੂੰ ਗਲਾਸ ਪੀਣ ਨੂੰ ਵੀ ਨਾ ਦਈਏ, ਤੇ ਸਾਡਾ ਕੀ ਧਰਮ ਪ੍ਰਵਾਨਿਆ ਜਾਏਗਾ? ਘਰੇ ਔਲਾਦ ਤਰਸ ਰਹੀ ਹੈ ਵੀ ਮੈਨੂੰ ਪ੍ਰਸ਼ਾਦਾ ਮਿਲੇ ਛਕਣ ਨੂੰ, ਮੈਂ ਭੋਜਨ ਛਕਣਾ ਚਾਹੁੰਦਾ, ਤੇ ਮੇਰੇ ਕੋਲ ਜਿਹੜੇ 4 ਟਕੇ ਸੀ ਤੇ ਮੈਂ ਬਾਹਰ ਜਾ ਕੇ ਲੰਗਰ ਲਾ ਕੇ ਬਹਿ ਜਾ। ਔਲਾਦ ਘਰੇ ਭੁੱਖੀ ਮਰਦੀ ਤੇ ਮਰ ਜੇ, ਤੇ ਮੇਰਾ ਧਰਮ ਕਮਾਇਆ ਕੀ ਕਰੇਗਾ? ਮੁਬਾਰਕਬਾਦ ਹੈ, ਤੁਸੀਂ ਰੱਜ ਰੱਜ ਲੰਗਰ ਲਾਓ, ਕੋਈ ਇਨਕਾਰੀ ਨਹੀਂ। ਰੱਜ ਰੱਜ ਤੁਸੀਂ ਦੁੱਧ ਦੀ ਸੇਵਾ ਕਰੋ, ਕੋਈ ਇਨਕਾਰ ਨਹੀਂ। ਪਰ ਪਹਿਲੋਂ ਘਰ ਵਿੱਚ ਤੇ ਝਾਤ ਮਾਰ ਕੇ ਵੇਖ, ਜਿਸ ਬੱਚੇ ਦੇ ਸਾਹਮਣੇ ਬੱਚਾ ਦੁੱਧ ਲਈ ਤਰਸਦਾ, ਉਹਦੇ ਸਾਹਮਣੇ ਕਿਤੇ ਰੱਬ ਦੇ ਨਾਮ ਉੱਤੇ ਬਾਲਟੀਆਂ ਡੋਲੀਆਂ ਜਾਣ, ਤੁਸੀਂ ਦੱਸੋ ਕੀ ਉਹ ਬੱਚਾ ਮੰਨੇਗਾ ਵੀ ਆ ਰੱਬ ਹੈ? ਕਦੇ ਨਹੀਂ ਮੰਨੇਗਾ ਰੱਬ ਹੈ। ਕਿਉਂ? ਉਹਨੂੰ ਪਤਾ ਹੈ ਤੇ ਮੇਰਾ ਦੁੱਧ ਖੋਣ ਵਾਲਾ ਹੈ, ਮੈਂ ਇਹਨੂੰ ਰੱਬ ਕਿੱਦਾਂ ਮੰਨ ਲਾਂ? ਨਹੀਂ ਮੰਨੇਗਾ। ਤੇ ਧਰਮ ਦੇ ਠੇਕੇਦਾਰਾਂ ਵੱਲੋਂ ਕੀ ਕੀਤਾ ਗਿਆ? ਬਸ ਆਹੀ ਕੁਝ ਕਰਵਾਇਆ ਗਿਆ ਜੀ, ਇੱਥੇ ਲਿਆ ਕੇ ਤੁਸੀਂ ਸਾਰਾ ਕੁਝ ਦੇ ਦਿਓ, ਅਸੀਂ ਆਪੇ ਕਰ ਲਾਂਗੇ।
ਜਿਹੜੇ ਘਰ ਵਿੱਚ ਬੈਠੇ ਨੇ ਉਹਨਾਂ ਦਾ ਖਿਆਲ ਕਿੰਨੇ ਰੱਖਣਾ। मैं किसी प्रकार इनकारी नहीं कि तुसी सेवा क्यों करते, पर सेवा उन्नी जिन्नी समर्थ है। पर पहलों नाल नाल अपने बच्चियां दियां जिम्मेवारियां नूं ख्याल विच रखदियां होइयां, अपने परिवारक मैंबरां दियां जिम्मेवारियां ख्याल च रखदियां होइयां, ਉਹ ਕੀ ਫਾਇਦਾ ਘਿਓ ਫੜ ਕੇ ਅਸੀਂ ਸਾੜ ਕੇ ਤੇ ਸਾਰਾ ਸਵਾਹ ਕਰ ਦਈਏ ਤੇ ਬੱਚਿਆਂ ਨੂੰ ਵੇਖਣ ਨੂੰ ਵੀ ਨਾ ਮਿਲੇ। ਉਸ ਧਰਮ ਦਾ ਕੀ ਕਰੋਗੇ? ਤੇ ਜਦੋਂ ਐਸੇ ਧਰਮ ਕਮਾਵਾਂਗੇ ਨਾ ਤੇ ਬੱਚਾ ਕਿਉਂ ਨਾ ਧਰਮ ਤੋਂ ਮੁਨਕਰ ਹੋਏਗਾ, ਉਹ ਕਿੱਦਾਂ ਤੁਹਾਡੇ ਦਰਸਾਏ ਧਰਮ ਦੇ ਰਾਹ ਤੇ ਤੁਰ ਪਏਗਾ। ਉਹ ਤੇ ਇਹੀ ਕਹੇਗਾ ਵੀ ਮਾਂ ਜਾਂ ਪਿਤਾ ਤੁਸੀਂ ਦੁੱਧ ਡੋਲਿਆ, ਪਰ ਕੱਲ ਨੂੰ ਜਿੱਦਣ ਮੇਰੀ ਵਾਰੀ ਆਏਗੀ ਮੈਂ ਦੁੱਧ ਡੋਲਾਂਗਾ ਨਹੀਂ, ਮੈਂ ਪਿਉਣ ਡੋਲ ਕੇ ਨਹੀਂ ਮੈਂ ਧਰਮ ਕਮਾਉਣਾ। ਮੈਂ 4 ਗਲਾਸ ਕਿਸੇ ਨੂੰ ਪਿਆਉਣੇ ਜ਼ਰੂਰ ਮਨਜ਼ੂਰ ਕਰ ਲਾਂਗਾ, ਪਰ ਮੈਂ ਡੋਲ ਕੇ ਧਰਮ ਨਹੀਂ ਕਮਾਉਣਾ। ਮੈਂ ਘਿਓ ਸਾੜ ਕੇ ਧਰਮ ਨਹੀਂ ਕਮਾਉਣਾ। 2 ਚਮਚੇ ਘੱਟ ਰੱਖ ਲਾਂਗਾ, ਖਵਾ ਜ਼ਰੂਰ ਦਿਆਂਗਾ ਕਿਸੇ ਨੂੰ, ਪਰ ਸਾੜਾਂਗਾ ਨਹੀਂ। ਆਹ ਚੀਜ਼ਾਂ ਜਿੱਦਣ ਸਮਝ ਆਉਣਗੀਆਂ ਉਦਣ ਪਤਾ ਲੱਗੇਗਾ ਵੀ ਧਰਮ ਹੈ ਕੀ। मेरे साहिब जी आखदे कहंदे सर्वं धर्मं, रब जी तू सारे दियां सारियां जिम्मेवारियां जीवां नूं आप समझाउण वाला है, जीवां दे अंदर बह के ते जिम्मेवारियां भी जीवां दियां तू आप निभा रहा है। सर्वं जुगता, जुगता मतलब सारियां विच मिलिया होया। रब जी तुसी सारियां विच मिले होए हो, सारियां विच व्यापक हो, सारियां विच तुसी एकमिक एक रस पूरे होए हो। सर्वं मुक्ता ते सारियां विच एक रस जुड़े हुए मिले हुए तुसी मुक्त स्वरूप हो, निर्लेप हो। तुसी किसी प्रकार दा तुहाडे उत्ते लेप नहीं, किसी प्रकार दा तुहाडे उत्ते दाग नहीं है। तुसी दाग दोष तो धब्बियां तो रहत हो। रब जी कलंक तो तुसी रहत हो, किसी प्रकार भी तुसी लेप विच नहीं। तुसी हर एक चीज़ तो वखरे हो, भावें बैठे सारियां दे विच हो, सारियां विच बैठे होए भी तुसी निर्लेप ते किसी भी दाग तो रहत हो। कोई भी दाग ऐसा नहीं जिहड़ा आप जी उत्ते लगा होवे। इस तरीके दे नाल अज धन गुरु कलगीधर पातशाह जी ने परमेश्वर दे गुणां नूं बयान करदिआं, परमेश्वर दे स्वरूप नूं बयान करदिआं सानूं अज समझाया कि वह अकाल पुरख सब कुछ हरन वाला है ते सारियां थावां ते पहुंच रखण वाला है। वह सारा कुछ ਜਿਹੜਾ ਜਾਣਨ ਵਾਲਾ ਤੇ ਬਹੁਤ ਪ੍ਰਸਿੱਧ ਹੈ ਉਹ ਪਰਮੇਸ਼ਵਰ। ਜਿੱਥੇ ਪ੍ਰਸਿੱਧੀ ਦਾ ਮਾਲਕ ਹੈ ਉੱਥੇ ਸਭ ਕੁਝ ਕਰਨ ਵਾਲਾ, ਸਾਰਿਆਂ ਦੇ ਪ੍ਰਾਣ ਸਰੂਪ ਹੈ, ਸਾਰਿਆਂ ਦੀ ਤਾਕਤ ਸਰੂਪ ਹੈ, ਸੱਤਾ ਰੱਖਣ ਵਾਲਾ ਹੈ ਉਹ, ਤੇ ਸਾਰੇ ਕਰਮ ਆਪ ਕਰਵਾਉਣ ਵਾਲਾ, ਸਾਰਿਆਂ ਦੀ ਜ਼ਿੰਮੇਵਾਰੀ ਆਪ ਜ਼ਿੰਮੇਵਾਰ ਬਣ ਕੇ ਨਿਭਾਉਣ ਵਾਲਾ, ਸਾਰਿਆਂ ਦੇ ਅੰਦਰ ਉਹ ਮੌਜੂਦ ਮਿਲਿਆ ਹੋਇਆ, ਇੱਕ ਰਸ ਵਸਿਆ ਹੋਇਆ ਤੇ ਹੈ ਉਹ ਸਾਰਿਆਂ ਤੋਂ ਨਿਰਲੇਪ, सारियां तो वखरा होके वो बैठा है। ऐसा स्वरूप अज गुरु कलगीधर साहब ने अकाल पुरख परमेश्वर दा बयानिया। मालक किते रहमत करन, असीं भी उस परमेश्वर दे इन्हां गुणां नूं विचारदिआं होइआं, समझदिआं होइआं किते अकाल पुरख परमेश्वर दी हस्ती बारे असीं समझ सकीए ते साडा रोम रोम जिहड़ा वो परमेश्वर दा शुकराना करे ते गुरु अगे अरजोई करो, मालका धर्म कमाउणा मैनूं आ जाए, धर्म कमाउण दी जाच आ जाए। जैसा धर्म तुसी कमाउणा सिखाउंदे हो मैनूं वैसा धर्म कमाउणा आ जाए। मैं वो धर्म कमाउंदा होया अपने जीवन नूं सफल करके संसार तो जावां। सतगुरु अगे निता प्रति अरजोइयां अरदासां करदे रहा करो, जिहड़ा गुरु निता प्रति सानूं नवां मार्ग दर्शाउंदा है, सानूं भुल्लिआं नूं सिद्धे मार्ग ते पाउंदे ने। गुरु साहब अगे अरजोइयां करदे रहा करो। गुरवड भागी पाया ऐसा गुरवड भागी पाया, गुरवड भागी पाया ऐसा गुरवड भागी पाया। गुरवड भागी पाया ऐसा गुरवड भागी पाया,
ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਸਰਬੰ ਕਰਮੰ ਸਰਬੰ ਧਰਮੰ, ਸਰਬੰ ਜੁਗਤਾ ਸਰਬੰ ਮੁਕਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿ ਗੁਰ ਪ੍ਰਸਾਦ।